कि ਜਿਹੜੇ ਸਿੱਖ ਵਾ ਜਿਨ੍ਹਾਂ ਨੇ 80% ਤੋਂ ਜ਼ਿਆਦਾ ਦੇਸ਼ ਦੀ ਆਜ਼ਾਦੀ ਵਿੱਚ ਯੋਗਦਾਨ ਪਾਇਆ ਔਰ ਉਹਨਾਂ ਨੂੰ ਕਹਿ ਰਹੀ ਹੈ ਇਹ ਵੱਖਵਾਦੀ ਹੈ, ਇਹ ਦੇਸ਼ ਵਿਰੋਧੀ ਹੈ। ਇਹ ਤੁਸੀਂ ਸੋਚਦੇ ਹੋ ਕਿ ਜੇ ਸਰਕਾਰ ਦਾ ਦੁਪਹਿਰ ਤੱਕ ਤੁਹਾਡੇ 'ਤੇ ਪ੍ਰੈਸ਼ਰ ਪੈ ਗਿਆ ਕਿ ਤੁਸੀਂ ਇਹ ਚਲਾ ਪਾਓਗੇ? ਨਹੀਂ ਚਲਾ ਪਾਓਗੇ, ਇਹ ਮੈਂ ਦਾਅਵੇ ਨਾਲ ਕਹਿ ਸਕਦਾ। ਇਹ ਕਹਿੰਦਾ ਤੁਹਾਡੀ ਆਜ਼ਾਦੀ ਵੀ ਖਤਮ ਆ। ਕੱਲ ਤਾਂ ਮੇਰੀ ਸਿਕਿਉਰਿਟੀ ਵਾਪਸ ਲੈ ਲਈ। ਮੈਂ ਕਿਹਾ ਯਾਰ ਮੈਨੂੰ ਸਿਕਿਉਰਿਟੀ ਦੀ ਕੀ ਲੋੜ ਆ, ਮੈਂ ਤਾਂ ਅੱਗੇ ਵੀ ਇਕੱਲਾ ਹੀ ਘੁੰਮਦਾ ਰਹਿੰਦਾ। ਕਿ 14-15 ਬੰਦੇ ਪੁਲਿਸ ਦੇ ਇੱਦਾਂ ਖੜੇ ਸੀ, ਇੱਕ ਬੰਦੇ ਨੂੰ ਸ਼ਰੇਆਮ ਗੋਲੀਆਂ ਮਾਰਦੇ, ਕਿਸੇ ਨੇ ਕੁਛ ਨਹੀਂ ਕੀਤਾ। ਜਦੋਂ ਸਰਕਾਰ ਬਣੀ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਕੀ ਕੀਤਾ ਇਹਨਾਂ ਨੇ? ਕੀ ਇਹਨਾਂ ਦੀ ਕੰਟਰੀਬਿਊਸ਼ਨ ਆ ਉਹਨਾਂ ਨੂੰ ਉਸ ਕ੍ਰਾਈਮ ਨੂੰ ਰੋਕਣ ਦੇ ਲਈ? ਜੇਲ੍ਹ ਦੇ ਵਿੱਚੋਂ ਤੁਸੀਂ ਫਰੌਤੀਆਂ ਮੰਗੋ ਔਰ ਲੋਕ ਦੇਣ, ਔਰ ਜੇਲ੍ਹ ਦੇ ਵਿੱਚੋਂ ਇੰਟਰਵਿਊ ਦੇਣ। ਤੁਸੀਂ ਇਹ ਸੋਚਦੇ ਹੋ ਕਿ ਇਹ ਲੋਕਾਂ ਨੂੰ ਬਈ ਇੱਥੇ ਸ਼ਾਂਤੀ ਹੈ? ਤੁਸੀਂ ਸੁਣਿਆ ਸੀ ਮਾਰੋ ਗੋਲੀ ਮਾਰੋ ਇਹਨਾਂ ਕੋ, ਹੈ ਨਾ? ਇਹ ਕੋਈ ਵਕਤ ਦੂਰ ਨਹੀਂ ਜਦੋਂ ਇਹਨਾਂ ਨੇ ਸਿੱਖਾਂ ਨੂੰ ਵੀ ਇੱਥੇ ਕਹਿਣ ਲੱਗ ਪੈਣਾ, ਦਲਿਤਾਂ ਨੂੰ ਵੀ ਕਹਿਣ ਲੱਗ ਪੈਣਾ ਗੋਲੀ ਮਾਰੋ ਇਹਨਾਂ ਕੋ। ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੁਰ। ਜਲੰਧਰ ਦੀ ਚੋਣ ਨੂੰ ਲੈ ਕੇ ਚੋਣ ਅਖਾੜਾ ਤਾਂ ਭਖ ਚੁੱਕਿਆ ਹੈ, ਪਰ ਕੁਝ ਦਿਨ ਬਾਕੀ ਨੇ ਜਦੋਂ ਇਹ ਹੋਰ ਚਰਮ ਸੀਮਾ ਤੱਕ ਪਹੁੰਚੇਗਾ। ਪਿੰਡਾਂ ਦੇ ਵਿੱਚ ਜਨ ਸਭਾਵਾਂ ਚੱਲਣਗੀਆਂ, ਵੱਡੇ ਵੱਡੇ ਇਕੱਠ ਹੋਣਗੇ ਔਰ ਲਗਾਤਾਰ ਇਹ ਆਪਣਾ ਚੋਣ ਪ੍ਰਚਾਰ ਜਿਹੜਾ ਸਾਰੇ ਉਮੀਦਵਾਰ ਨੇ ਉਹ ਲਗਾਤਾਰ ਕਰਨਗੇ। ਪਰ ਇਹ ਸਭ ਦੇ ਵਿਚਾਲੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨਾਲ ਗੱਲਬਾਤ ਦੇ ਸਿਲਸਿਲੇ ਦੇ ਵਿੱਚ ਅੱਜ ਅਸੀਂ ਅਕਾਲੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਸਿੰਘ ਸੁੱਖੀ ਹੋਰਾਂ ਨਾਲ ਗੱਲ ਕਰਨੀ ਹੈ, ਕਿਉਂਕਿ ਉਹ ਬੰਗਾ ਤੋਂ ਵਿਧਾਇਕ ਚੁਣੇ ਗਏ ਔਰ ਹੁਣ ਉਹ ਮੈਂਬਰ ਪਾਰਲੀਮੈਂਟ ਦੀ ਚੋਣ ਪਾਰਟੀ ਦੇ ਕਹਿਣ ਤੇ ਲੜ ਰਹੇ ਨੇ। ਹਾਲਾਂਕਿ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਜ਼ਰੂਰ ਅਕਾਲੀ ਦਲ ਤੇ ਤੰਜ ਕੱਸਦੀਆਂ ਹੈ ਕਿ ਲੋਕਲ ਬੰਦਾ ਕਿਉਂ ਨਹੀਂ ਮਿਲਿਆ, ਬੰਗਾ ਤੋਂ ਜਿਹੜੇ ਆਲਰੇਡੀ ਵਿਧਾਇਕ ਜਿੱਤੇ ਨੇ ਉਹਨਾਂ ਨੂੰ ਕਿਉਂ ਇੱਥੋਂ MP ਲੜਾਉਣਾ ਪੈ ਰਿਹਾ। ਔਰ ਅਸੀਂ ਉਹਨਾਂ ਨੂੰ ਇਹ ਵੀ ਸਵਾਲ ਕਰਾਂਗੇ ਕਿ ਉਹ ਜਲੰਧਰ ਨੂੰ ਸਮਝੇ ਕਿੰਨਾ ਕੁ ਨੇ ਔਰ ਉਹਨਾਂ ਨੇ ਕਰਨਾ ਕੀ ਕੁਝ ਆ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਕਿ MLA ਜਿੱਤੇ ਜ਼ੋਰ ਸ਼ੋਰ ਨਾਲ 2022 ਦੇ ਵਿੱਚ ਪ੍ਰਚਾਰ ਕਰਕੇ ਲੋਕਾਂ ਦੇ ਘਰਾਂ ਤੱਕ ਗਏ, ਜਿੱਤ ਵੀ ਮਿਲੀ ਔਰ ਹੁਣ ਕੁਝ ਸਮੇਂ ਬਾਅਦ ਹੀ ਮੈਂਬਰ ਪਾਰਲੀਮੈਂਟ ਲੜਨ ਜਾ ਰਹੇ ਹੋ, ਇਹ ਫੈਸਲਾ ਕਿਵੇਂ ਆਇਆ? ਸਭ ਤੋਂ ਪਹਿਲਾਂ ਤਾਂ ਦੇਖੋ, ਮੈਂ ਪਾਰਟੀ ਦਾ ਇੱਕ ਵਫਾਦਾਰ ਸਿਪਾਹੀ ਹਾਂ ਜੀ। ਜੇ ਪਾਰਟੀ ਮੈਨੂੰ ਕਹੇ ਵੀ MC ਦੀ ਚੋਣ ਵੀ ਲੜਨੀ ਹੈ, ਮੈਂ ਉਹ ਵੀ ਲੜੂੰਗਾ ਜੀ, ਕਿਉਂਕਿ ਪਾਰਟੀ ਦੀ ਚੜ੍ਹਦੀ ਕਲਾ ਲਈ ਜਿਹੜਾ ਵਰਕਰ ਕੰਮ ਨਹੀਂ ਕਰਦਾ, ਮੈਂ ਸਮਝਦਾ ਕਿ ਉਹ ਪਾਰਟੀ ਪ੍ਰਤੀ ਸਿੰਸੀਅਰ ਨਹੀਂ। ਮੇਰੇ ਲਈ ਕੋਈ ਮੈਟਰ ਨਹੀਂ ਕਰਦਾ ਕਿ ਮੈਂ ਮੌਜੂਦਾ MLA ਹਾਂ। ਮੈਨੂੰ ਪਾਰਟੀ ਦਾ ਹੁਕਮ ਜਿਹੜਾ ਹੈ, ਸਾਡੇ ਬਹੁਜਨ ਸਮਾਜ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਦਾ ਜੋ ਫੈਸਲਾ ਆ, ਉਹਦੇ ਅੱਗੇ ਸਿਰ ਝੁਕਾਉਣ ਦਾ ਮੌਕਾ ਸੀ ਔਰ ਮੈਂ ਸਿਰ ਝੁਕਾ ਕੇ ਇੱਥੇ ਆਇਆ। ਮੈਂ ਸਮਝਦਾ ਇਹ ਮੈਂ ਕਿਸਮਤ ਵਾਲਾ ਆ, ਕਿਉਂਕਿ ਜਿਨ੍ਹਾਂ ਹਾਲਾਤਾਂ ਦੇ ਵਿੱਚ ਪਾਰਟੀ ਨੇ ਮੈਨੂੰ ਉਮੀਦਵਾਰ ਚੁਣਿਆ, ਉੱਥੇ ਅੱਜ ਪੰਜਾਬ ਦੀ ਲੋੜ ਕੀ ਹੈ, ਅੱਜ ਲੋਕ ਪੰਜਾਬ ਦੇ ਕੀ ਚਾਹੁੰਦੇ ਆ। ਕਿ ਜਿਹੜੀ ਸਾਨੂੰ ਲੋਕ ਸਭ ਤੋਂ ਵੱਡੀ ਗੱਲ ਜਿਹੜੀ ਸੈਂਟਰ ਦੀ ਸਰਕਾਰ ਆ ਜੀ, ਉਹ ਅੱਜ ਕੀ ਕਰ ਰਹੀ ਹੈ? ਅੱਜ ਉਹ ਸਿੱਖਾਂ ਨੂੰ ਬਦਨਾਮ ਕਰ ਰਹੀ ਹੈ, ਪੰਜਾਬੀਆਂ ਨੂੰ ਬਦਨਾਮ ਕਰ ਰਹੀ ਹੈ। ਉਹ NCERT ਦੀਆਂ ਬੁੱਕਸ ਦੇ ਵਿੱਚ ਇੱਦਾਂ ਦੇ ਪਾਠ ਪੜ੍ਹਾ ਰਹੀ ਹੈ ਕਿ ਜਿਹੜੇ ਸਿੱਖ ਵਾ ਜਿਨ੍ਹਾਂ ਨੇ 80% ਤੋਂ ਜ਼ਿਆਦਾ ਦੇਸ਼ ਦੀ ਆਜ਼ਾਦੀ ਵਿੱਚ ਯੋਗਦਾਨ ਪਾਇਆ, ਔਰ ਉਹਨਾਂ ਨੂੰ ਕਹਿ ਰਹੀ ਹੈ ਇਹ ਵੱਖਵਾਦੀ ਹੈ, ਇਹ ਦੇਸ਼ ਵਿਰੋਧੀ ਹੈ। ਔਰ ਉਹਨਾਂ ਦੇ ਮਾਨ ਸਨਮਾਨ ਨੂੰ ਅੱਜ ਠੇਸ ਲੱਗ ਰਹੀ ਹੈ। ਅੱਜ ਇੱਕ ਇਹ ਬਹੁਤ ਵੱਡਾ, ਕਿਉਂਕਿ ਇਹ ਜਿਹੜੀ ਇਲੈਕਸ਼ਨ ਆ, ਇਹਦੇ ਨਾਲ ਕਿਸੇ ਨੇ ਸਰਕਾਰ ਨਹੀਂ ਬਣਨੀ। ਇੱਥੇ ਕੋਈ ਕਹਿੰਦਾ ਸਰਕਾਰ ਟੁੱਟਣੀ ਨਹੀਂ। ਇਹ ਸਿਰਫ ਇੱਕ ਮੈਸੇਜ ਜਿਹੜਾ ਪੰਜਾਬ ਦਾ, ਪਹਿਲੀ ਗੱਲ ਲੋਕ ਸਭਾ ਦਾ ਜਿਹੜਾ ਉੱਥੇ MP ਬਣ ਕੇ ਜਾਂਦਾ, ਉਹ ਤੁਹਾਡੇ ਪੂਰੇ ਸਟੇਟ ਦੀ ਆਵਾਜ਼ ਹੁੰਦਾ। ਕਹਿੰਦਾ ਮਤਲਬ ਅੱਜ ਇਹ ਸੈਂਟਰ ਦੀ ਸਰਕਾਰ ਨੂੰ ਸੁਨੇਹਾ ਦੇਣ ਦਾ ਵਕਤ ਆ ਕਿ ਜੋ ਤੁਸੀਂ ਨਫ਼ਰਤ ਦੇ ਆਧਾਰ 'ਤੇ, ਜੋ ਤੁਸੀਂ ਲੋਕਾਂ ਨੂੰ ਜਾਤ ਪਾਤ ਦੇ ਆਧਾਰ 'ਤੇ ਲੜਾ ਕੇ, ਧਰਮ ਦੇ ਨਾਂ 'ਤੇ ਲੜਾ ਕੇ ਜਿਹੜੀ ਨਫ਼ਰਤ ਤੁਸੀਂ ਸਾਰੇ ਦੇਸ਼ 'ਚ ਪੈਦਾ ਕੀਤੀ ਆ, ਉਹਨੂੰ ਪੰਜਾਬ ਨੂੰ ਵੀ ਤੁਸੀਂ ਆਪਣੀ ਲਪੇਟ 'ਚ ਰਹਿ ਰਹੇ ਹੋ। ਇਹ ਇੱਕ ਬਹੁਤ ਸਹੀ ਮੌਕਾ ਲੋਕਾਂ ਨੂੰ ਆਪਣੀ ਸੋਚ ਨੂੰ ਪ੍ਰਗਟ ਕਰਨ ਦਾ, ਕਿਉਂਕਿ ਇੱਕ ਵੋਟ ਤੋਂ ਵਧੀਆ ਜ਼ਰੀਆ ਕੋਈ ਅੱਜ ਤੱਕ ਬਣਿਆ ਨਹੀਂ। ਔਰ ਦੂਸਰੀ ਕਹਿੰਦਾ ਮਤਲਬ ਆਜ਼ਾਦੀ ਹੈ। ਅੱਜ ਬੇਸ਼ੱਕ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਵਾ, ਆ ਤੁਸੀਂ ਜਿਹੜਾ ਮੇਰੀ ਕਰ ਰਹੇ ਹੋ, ਇਹ ਤੁਸੀਂ ਸੋਚਦੇ ਹੋ ਕਿ ਜੇ ਸਰਕਾਰ ਦਾ ਦੁਪਹਿਰ ਤੱਕ ਤੁਹਾਡੇ 'ਤੇ ਪ੍ਰੈਸ਼ਰ ਪੈ ਗਿਆ ਕਿ ਤੁਸੀਂ ਇਹ ਚਲਾ ਪਾਓਗੇ? ਨਹੀਂ ਚਲਾ ਪਾਓਗੇ, ਇਹ ਮੈਂ ਦਾਅਵੇ ਨਾਲ ਕਹਿ ਸਕਦਾ। ਇਹ ਕਹਿੰਦਾ ਤੁਹਾਡੀ ਆਜ਼ਾਦੀ ਵੀ ਖਤਮ ਆ, ਸਾਡੀ ਵੀ ਆਜ਼ਾਦੀ ਖਤਮ ਆ। ਕੱਲ ਤਾਂ ਮੇਰੀ ਸਿਕਿਉਰਿਟੀ ਵਾਪਸ ਲੈ ਲਈ। ਮੈਂ ਕਿਹਾ ਯਾਰ ਮੈਨੂੰ ਸਿਕਿਉਰਿਟੀ ਦੀ ਕੀ ਲੋੜ ਆ,
ਮੈਂ ਤਾਂ ਅੱਗੇ ਵੀ ਇਕੱਲਾ ਹੀ ਘੁੰਮਦਾ ਰਹਿੰਦਾ। ਤੁਹਾਡੇ ਕੋਲ ਮੈਂ ਤਾਂ ਉਹੀ ਦੱਸਦਾ। ਫਿਰ ਜਦੋਂ ਮੈਂ ਗੱਲ ਕਹੀ ਉਹ ਭਰਾਵੋ ਮੈਨੂੰ ਤਾਂ ਸਿਕਿਉਰਿਟੀ ਤੁਸੀਂ ਦੇਣੀ ਨਹੀਂ ਦੇਣੀ ਕੋਈ ਮੈਟਰ ਨਹੀਂ ਕਰਦਾ। ਉਹ ਕਹਿੰਦੇ ਉਹ ਜੀ ਗਲਤੀ ਨਾਲ ਆਰਡਰ ਹੋ ਗਿਆ। ਯਾਨੀ ਕਿ ਇਹ ਕਰਕੇ ਦੇਖਦੇ ਆ, ਕਹਿੰਦੇ ਇਦਾਂ ਦੇ ਕੰਮ ਇਹ ਆਜ਼ਾਦ ਕਿਸੇ ਨੂੰ ਨਹੀਂ ਸਮਝਦੇ। ਇਹ ਆਪਣੀ ਮੌਕੇ ਦੀ ਸਰਕਾਰ ਵੀ ਜਿਹੜੀ ਆ ਨਾ ਉਹ ਇਦਾਂ ਦੇ ਫੈਸਲੇ ਲੈਂਦੀ ਆ। ਔਰ ਅੱਜ ਇਹਨਾਂ ਨੇ ਪੰਜਾਬ ਦੇ ਅੰਦਰ ਹਾਲਾਤ ਕੀ ਪੈਦਾ ਕੀਤੇ ਆ। ਜਦੋਂ ਸਰਕਾਰ ਬਣੀ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਕੀ ਕੀਤਾ ਇਹਨਾਂ ਨੇ, ਕੀ ਇਹਨਾਂ ਦੀ ਕੰਟਰੀਬਿਊਸ਼ਨ ਉਹਨਾਂ ਨੂੰ ਉਸ ਕ੍ਰਾਈਮ ਨੂੰ ਰੋਕਣ ਦੇ ਲਈ। ਕਹਿੰਦਾ ਸ਼ਰੇਆਮ ਜਿਹੜੇ ਬੰਦੇ ਇਨਵੋਲਵ ਸੀ ਸਾਰਿਆਂ ਨੂੰ ਜੇਲ੍ਹ 'ਚ ਸੁੱਟਤਾ, ਇੱਕ ਮਾਸਟਰਮਾਈਂਡ ਬਾਹਰ ਹੈ ਸ਼ਰੇਆਮ। ਸ਼ਾਇਦ ਤੁਹਾਨੂੰ ਇਸ ਗੱਲ ਦਾ ਪ੍ਰਚਾਰ ਵੀ ਕਰਦਾ ਹੈ, ਸ਼ਾਇਦ ਤੁਹਾਨੂੰ ਚੇਤਾ ਭੁੱਲ ਗਿਆ ਕਿ 14-15 ਬੰਦੇ ਪੁਲਿਸ ਦੇ ਇੱਦਾਂ ਖੜੇ ਸੀ, ਇੱਕ ਬੰਦੇ ਨੂੰ ਸ਼ਰੇਆਮ ਗੋਲੀਆਂ ਮਾਰਦੇ, ਕਿਸੇ ਨੇ ਕੁਝ ਨਹੀਂ ਕੀਤਾ। ਕਹਿੰਦਾ ਮਤਲਬ ਅੱਜ ਜੇਲ੍ਹ ਜਿਹੜੀ ਸਭ ਤੋਂ ਸੇਫ ਜਗ੍ਹਾ ਹੁੰਦੀ ਜਿੱਥੇ ਕੋਈ ਕ੍ਰਾਈਮ ਨਹੀਂ ਹੋ ਸਕਦਾ, ਤੁਸੀਂ ਕਹਿੰਦਾ ਬੜੇ ਸੇਫ ਹੁੰਦੇ ਹੋ ਉੱਥੇ। ਕਹਿੰਦਾ ਜੇ ਜੇਲ੍ਹ ਦੇ ਅੰਦਰ ਗੈਂਗਸਟਰ ਇੱਕ ਦੂਜੇ ਨੂੰ ਗੋਲੀਆਂ ਮਾਰ ਕੇ ਮਾਰ ਦੇਣ ਜਾਂ ਉਹਨਾਂ ਨੂੰ ਤੇਜ਼ ਜਿਹੜੇ ਦੂਸਰੇ ਹਥਿਆਰਾਂ ਨਾਲ ਮਾਰ ਦੇਣ, ਔਰ ਜੇਲ੍ਹ ਦੇ ਵਿੱਚੋਂ ਤੁਸੀਂ ਫਰੌਤੀਆਂ ਮੰਗੋ ਔਰ ਲੋਕ ਦੇਣ, ਔਰ ਜੇਲ੍ਹ ਦੇ ਵਿੱਚੋਂ ਇੰਟਰਵਿਊ ਦੇਣ, ਤੁਸੀਂ ਇਹ ਸੋਚਦੇ ਹੋ ਕਿ ਇਹ ਲੋਕਾਂ ਨੂੰ ਬਈ ਇੱਥੇ ਸ਼ਾਂਤੀ ਹੈ, ਇੱਥੇ ਅਮਾਨ ਹੈਗਾ। ਇਹ ਜਿਹੜੇ ਮੁੱਦੇ ਆ ਇਹ ਇਸ ਵਾਰੀ ਬੜੇ, ਕਿਉਂਕਿ ਕਿਸੇ ਨੂੰ ਤੁਸੀਂ ਸੜਕ ਬਣਾ ਕੇ ਦਿਓ ਨਾ ਦਿਓ। ਕਰਨ ਦੇ ਲਈ ਤੁਸੀਂ ਵਿਧਾਨ ਸਭਾ ਤੁਹਾਨੂੰ ਜਿਤਾ ਕੇ ਭੇਜਿਆ ਸੀ ਨਾ ਬੰਗਾ। ਮੈਂ ਵਿਧਾਨ ਸਭਾ 'ਚ ਬੜੀਆਂ ਰੱਖੀਆਂ ਤੁਸੀਂ। ਫਿਰ ਜੇ ਮੇਰੀ ਮੈਂ ਇਹੀ ਲੋਕਾਂ ਨੂੰ ਕਹਿਣਾ ਹੁੰਦਾ, ਜੇ ਤੁਸੀਂ ਮੈਨੂੰ MLA ਬਣਾਇਆ ਨਾ ਤਾਂ ਮੈਂ ਐਜ਼ ਏ MLA ਕੀ ਤੁਹਾਡੀ ਗੱਲ ਰੱਖੀ ਜਾਂ ਨਹੀਂ ਰੱਖੀ। ਹੁਣ ਮੈਂ ਜੇ ਤੁਸੀਂ ਮੈਨੂੰ MP ਬਣਾ ਕੇ ਭੇਜੋਗੇ 1 ਸਾਲ ਦਾ ਸਮਾਂ ਮੇਰੇ ਕੋਲ, ਮੈਂ ਤੁਹਾਡੇ ਵਿਊਜ਼ ਕਹਿੰਦਾ ਮੈਂ ਤੁਹਾਡੀ ਜੋ ਸੋਚ ਆ, ਜੇ ਤੁਸੀਂ ਸਹਿਮਤ ਹੋ ਜਾਂ ਨਹੀਂ ਸਹਿਮਤ ਸਰਕਾਰਾਂ ਨਾਲ, ਸੈਂਟਰ ਦੀ ਸਰਕਾਰ ਹੋਵੇ ਸਟੇਟ ਦੀ ਸਰਕਾਰ ਹੋਵੇ, ਜੇ ਤੁਸੀਂ ਉਹਨਾਂ ਨਾਲ ਨਹੀਂ ਸਹਿਮਤ ਤਾਂ ਸਾਨੂੰ ਵੋਟ ਕਰੋ, ਹੈ ਨਾ। ਇਹ ਅਸੀਂ ਮੈਂ ਸਮਝਦਾ ਕਿ ਇਸ ਤੋਂ ਵਧੀਆ ਮੌਕਾ ਜਦੋਂ ਕੋਈ ਗਵਾਣ ਨੂੰ ਕੁਛ ਨਾ ਹੋਵੇ, ਕਿਉਂਕਿ ਇੱਥੇ ਕਿਹੜਾ ਤੁਸੀਂ ਸਰਕਾਰ ਬਣਾਉਣੀ ਹੈ ਜਾ ਕੇ, ਪਰ ਲੋਕਾਂ ਦੀ ਜੋ ਰਾਏ ਆ ਉਹ ਉੱਥੇ ਰੱਖੀ ਜਾ ਸਕਦੀ ਆ। ਦੂਸਰਾ ਮੈਂ ਸਮਝਦਾ ਜੋ ਸਟੇਟ ਗੌਰਮੈਂਟ ਨੇ ਜੋ ਝੂਠੇ ਵਾਅਦੇ ਕੀਤੇ, ਜਿੰਨੇ ਵੀ ਜਦੋਂ ਅਕਾਲੀ ਦਲ ਦੀ ਸਰਕਾਰ ਸੀ 200 ਯੂਨਿਟ ਮਿਲਦਾ ਸੀ, ਇਹਨੇ 100 ਵਧਾਇਆ 300 ਕੀਤਾ ਨਾ। ਤੁਸੀਂ ਇਹ ਦੱਸੋ ਉਹਦੀ ਆੜ ਦੇ ਵਿੱਚ ਕੀ ਖਾ ਗਏ। ਹਰ 6ਵਾਂ ਕਾਰਡ ਕੱਟਦਾ, ਜਾਟਾ ਦਾਲ ਸਕੀਮ ਦਾ ਕਾਰਡ ਹਰ 6ਵਾਂ ਕਾਰਡ ਕਿਸੇ ਗਰੀਬ ਦਾ ਕੱਟਿਆ ਵੀ ਗਿਆ, ਜਿਹੜਾ ਬਿਲਕੁਲ ਜ਼ਰੂਰਤਮੰਦ ਆ। ਔਰ ਦਾਲ ਤਾਂ ਖਾਏ ਗਏ, ਦਾਲ ਤਾਂ ਦਿੱਤੀ ਕਿਸੇ ਨੂੰ ਨਹੀਂ। ਇਸ ਆੜ ਦੇ ਵਿੱਚ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ 3.5 ਲੱਖ ਬੱਚਾ, ਮੇਰੇ ਕਹਿਣ ਨਾਲ ਨਹੀਂ, ਤੁਸੀਂ ਆਪਣਾ ਰਿਕਾਰਡ ਚੈੱਕ ਕਰਿਓ। 3.5 ਲੱਖ ਬੱਚਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਸ ਵੇਲੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਕਰਕੇ ਲੋਕ ਪੜ੍ਹੇ, ਡਾਕਟਰ, ਇੰਜੀਨੀਅਰ, ਸਾਡੀਆਂ ਬੱਚੀਆਂ ਨਰਸਾਂ, ਪਤਾ ਨਹੀਂ ਕਿਹੜੇ ਕੋਰਸ ਕਰ ਲਏ। ਔਰ ਉਸ ਦਾ ਜਦੋਂ ਅਸਰ ਦਿਖਣ ਲੱਗਾ, ਅੱਜ ਇਹਨਾਂ ਨੇ ਸਾਡੀ ਐਜੂਕੇਸ਼ਨ ਵੀ ਖੋਲ੍ਹੀ, ਕਿਉਂਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਸਕੀਮ ਹੀ ਕੋਈ ਨਹੀਂ ਇਹਨਾਂ ਕੋਲ। ਔਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਇਹਦਾ ਮਤਲਬ ਜਦੋਂ ਕਿਸੇ ਸਮਾਜ ਨੂੰ ਕਮਜ਼ੋਰ ਕਰਨਾ ਹੋਵੇ ਨਾ, ਜਿਸ ਸਮਾਜ ਨੂੰ ਵੀ ਕਮਜ਼ੋਰ ਕਰਨਾ, ਉਹਨਾਂ ਤੋਂ ਐਜੂਕੇਸ਼ਨ ਖੋਲ੍ਹੋ। ਜੇ ਤੁਹਾਡਾ ਹਰ ਸਾਲ 2-2.5 ਲੱਖ ਬੱਚਾ ਐਜੂਕੇਸ਼ਨ ਤੋਂ ਪੈਸਿਆਂ ਕੋਲੋਂ ਵਾਂਝਾ ਰਹਿੰਦਾ, ਇਹਦਾ ਮਤਲਬ ਇਹ ਬਹੁਤ ਵੱਡੀ ਸਾਡੇ ਤੇ ਸੱਟ ਮਾਰ ਹੈ। ਜਿਹਨਾਂ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਪੈਸੇ ਖਾਦੇ ਸੀ ਉਹਨਾਂ ਨੂੰ ਅਸੀਂ ਜੇਲ੍ਹ ਭੇਜ ਚੁੱਕੇ ਹਾਂ। ਬਿਲਕੁਲ। ਔਰ ਉਹਦੀ ਅਸੀਂ ਜਾਂਚ ਕਰ ਰਹੇ ਹਾਂ। ਔਰ ਜਿਹੜੇ ਹੋਰ ਪੈਸਾ ਜਿਹੜਾ ਉਹ ਪੈਸਾ ਜਾਰੀ ਕਰ ਦਿੱਤਾ ਬਕਾਇਦਾ ਤੌਰ ਤੇ ਖਜ਼ਾਨਾ ਮੰਤਰੀ ਸਾਹਿਬ ਨੇ ਔਰ ਕੈਬਨਿਟ ਮਿਨਿਸਟਰ ਬਲਜੀਤ ਕੌਰ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦਾ ਦਾਅਵਾ ਕੀਤਾ ਸੀ ਕਿ ਅਸੀਂ ਪੈਸਾ ਜਾਰੀ ਕਰ ਦਿੱਤਾ ਔਰ ਬੱਚਿਆਂ ਨੂੰ ਸਕਾਲਰਸ਼ਿਪ ਮਿਲਣੀ ਸ਼ੁਰੂ ਹੋ ਗਈ। ਸ਼ਾਇਦ ਤੁਹਾਨੂੰ ਇਸ ਗੱਲ ਬੱਚੇ ਉਸ ਵੇਲੇ ਰਜਿਸਟ੍ਰੇਸ਼ਨ ਦੇ ਲਈ ਅਪਲਾਈ ਕਰਦੇ, ਉੱਥੇ ਮਾਣ ਲੱਗਾ। ਤੁਹਾਨੂੰ ਸ਼ਾਇਦ ਪਤਾ ਨਹੀਂ ਵੀ ਸਾਧੂ ਸਿੰਘ ਧਰਮਸੋਤ ਸਾਹਿਬ ਜਿਹੜੇ ਆ ਉਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਕਰਕੇ ਅੰਦਰ ਨਹੀਂ ਗਏ ਅਜੇ। ਉਹ ਜੰਗਲਾਤ ਕਰਕੇ ਗਏ, ਪਰ ਉਹ ਕਹਿੰਦੇ ਨਹੀਂ ਮੈਂ ਤੁਹਾਨੂੰ ਦੱਸਾਂ ਮੁੱਦਾ ਇਹਨਾਂ ਦੀ ਸੋਚ ਕੀ ਆ। ਉਹ ਕਹਿੰਦੇ ਯਾਰ ਛੱਡੋ, ਇਹ ਜਿਹੜੇ ਇਹਨਾਂ ਦੀ ਐਜੂਕੇਸ਼ਨ ਬਾਅਦ ਦੇਖਾਂਗੇ, ਗਰੀਬਾਂ ਨੂੰ ਲੈਣੇ ਨਹੀਂ ਲੈਣੀ, ਕਿਉਂਕਿ ਮੈਂ ਤੁਹਾਨੂੰ ਜਿਹੜੀ ਸੱਟ ਮਾਰ ਰਿਹਾ ਜਿਹੜੀ ਉਹ ਦੱਸ ਰਿਹਾ। ਫਿਰ ਜੇ ਗਿਣਤੀ ਇਹ ਬਹੁਤ ਬੜੇ, ਮੈਂ ਉਹਨਾਂ ਦੀ ਗੱਲ ਨਾਲ ਸਹਿਮਤ ਆ। ਚੀਮਾ ਸਾਹਿਬ ਕਹਿੰਦੇ ਅਸੀਂ ਪੈਸੇ ਬੜੇ ਦਿੱਤੇ, ਉਹ ਬੀਬੀ ਜੀ ਕਹਿੰਦੇ ਬੜੇ ਪੈਸੇ ਦਿੱਤੇ, ਫਿਰ ਨੰਬਰ ਆਫ ਸਟੂਡੈਂਟਸ ਦੀ ਗਿਣਤੀ ਕਿਉਂ ਨਹੀਂ ਵੱਧ? ਤੁਸੀਂ ਸੋਚਦੇ ਇੱਥੇ ਸਟੂਡੈਂਟ ਘੱਟ ਗਏ? ਨੰਬਰ ਆਫ ਸਟੂਡੈਂਟਸ ਉਨੇ ਹੀ ਆ। ਅੱਜ ਵੀ ਤੁਸੀਂ ਹੋਕਾ ਦੇ ਦਿਓ ਕਿਸੇ ਗਲੀ ਮਹੱਲੇ 'ਚ ਵੀ ਆਓ ਤੁਹਾਨੂੰ ਅਸੀਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਕਰਕੇ ਤੁਹਾਨੂੰ ਪੜ੍ਹਾਈ ਦੇਣੀ ਹੈ, ਐਜੂਕੇਸ਼ਨ ਦੇਣੀ ਆ, ਮੈਂ ਸਮਝਦਾ ਕਿ 3.5 ਕੀ 4.5 ਹੋ ਜਾਊਗਾ। ਇਹ ਫਿਰ ਤੁਹਾਡੀ ਇੱਕ ਤੁਹਾਨੂੰ ਹੋਰ ਛੋਟੀ ਜਿਹੀ ਗੱਲ ਦੱਸਦਾ, ਇਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਫੋਟੋ ਲਾਉਂਦੇ ਆ ਔਰ ਸ਼ਹੀਦ ਸਰਦਾਰ ਭਗਤ ਸਿੰਘ ਦੀ ਲਾਉਂਦੇ ਆ। ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਫੋਟੋ ਲਾਉਣ ਵਾਲੇ ਜਿਹੜੇ ਉਹਦੇ ਨਾਂ 'ਤੇ ਵੋਟਾਂ ਮੰਗਣ ਵਾਲੇ, ਅੱਜ ਜਦੋਂ ਉਹਨਾਂ ਨੂੰ ਮੌਕਾ ਮਿਲਿਆ 7 ਰਾਜ ਸਭਾ ਮੈਂਬਰ ਭੇਜਣੇ ਸੀ, ਇੱਕ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸਮਾਜ 'ਚੋਂ ਨਹੀਂ ਭੇਜਿਆ। ਇਹਨਾਂ ਨੂੰ ਉਹ ਲੋਕ ਮਨਜ਼ੂਰ ਆ ਜਿਹੜੇ ਗਏ ਹੀ ਨਹੀਂ ਉੱਥੇ, ਜਾਂ ਗਏ ਹਾਜ਼ਰੀ ਲਾ ਕੇ ਆ ਗਏ। ਔਰ ਇੱਕ ਵੀ ਗੱਲ, ਚਲੋ ਡਾਕਟਰ ਅੰਬੇਡਕਰ ਦੀ ਗੱਲ ਤਾਂ ਕੀ ਕਰਨੀ ਸੀ, ਉਹਨੇ ਪੰਜਾਬ ਦੀ ਗੱਲ ਵੀ ਨਹੀਂ ਕੀਤੀ।
ਜੇ ਕਿਤੇ ਉਹ ਸਮਾਜ ਦਾ ਬੰਦਾ ਇੱਕ ਦਾ ਭੇਜ ਦਿੰਦੇ, ਉਹ ਘੱਟ ਤੋਂ ਘੱਟ ਜੇ ਪੰਜਾਬ ਜੀ ਨਾ ਕਰਦਾ ਦਲ ਸਮਾਜ ਦੀ ਗੱਲ ਤਾਂ ਕਰ ਲੈਂਦਾ। ਤੁਹਾਨੂੰ ਆਪੋਜ਼ਿਟ ਪਾਰਟੀ ਕਰਕੇ ਤਾਂ ਇਹਦਾ ਸ਼ਿਕਵਾ ਹੈਗਾ ਹੀ ਆ, ਤੁਹਾਨੂੰ ਸਮਾਜ ਦੇ ਵਿੱਚੋਂ ਹੋ ਕੇ ਵੀ ਇਸ ਗੱਲ ਦਾ ਸ਼ਿਕਵਾ ਹੈ ਕਿ ਉਹਨਾਂ ਨੇ ਇਸ ਕੈਟਾਗਰੀ 'ਚੋਂ ਬੰਦਾ ਨਹੀਂ ਲਿਆ। ਦੇਖੋ ਜੇ ਮੈਂ ਕੀ ਆ, ਜੇ ਤੁਸੀਂ ਸੋਚੋ ਵੀ ਸੁਖੀ ਇਹ ਤਾਂ ਇੱਕ ਸਰੀਰ ਆ ਹਨਾ, ਜੇ ਸਾਡੇ ਤੇ ਕੋਈ ਦਿਮਾਗ 'ਚ ਸਾਡੇ ਤੇ ਕਿਸੇ ਪਰ ਜਿਹਦਾ ਕਰਕੇ ਅਸੀਂ ਬਣੇ ਆ, ਜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇਖੋ ਮੈਂ ਜੇ ਡਾਕਟਰ ਬਣਿਆ ਉਹ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਕਰਕੇ ਬਣਿਆ, ਜੇ ਮੈਂ MLA ਬਣਿਆ ਤਾਂ ਉਹ ਉਹਨਾਂ ਨੇ ਇੱਕ ਮੈਨੂੰ ਹੱਕ ਲੈ ਕੇ ਦਿੱਤਾ। ਜੇ ਅੱਜ ਸਾਡੇ ਹੱਕ ਮਾਰੇ ਜਾਣਗੇ ਤਾਂ ਬੜਾ ਔਖਾ ਹੋਊਗਾ ਕਿ ਫਿਰ ਜੇ ਉਹਨਾਂ ਹੱਕਾਂ ਦੀ ਰਾਖੀ ਲਈ ਮੈਂ ਨਹੀਂ ਬੋਲੂੰਗਾ ਤਾਂ ਫਿਰ ਕੌਣ ਬੋਲੇਗਾ। ਸੋ ਮੈਂ ਸਮਝਦਾ ਇਸ ਤਰ੍ਹਾਂ ਹੀ ਇਹਨਾਂ ਨੇ, ਤੁਸੀਂ ਦੇਖੋ ਬਈ ਐਸੀ ਸਬ ਪਲਾਨ ਜਿਹੜੀ ਹੁਣ ਅਸੀਂ ਡਿਵੈਲਪਮੈਂਟ ਤੇ ਆਏ ਨੇ, ਚਲੋ ਉਹਨਾਂ ਬਹੁਤ ਲੋਕਾਂ ਨੂੰ ਪਤਾ ਲੱਗਦਾ ਜਾਂ ਨਹੀਂ ਲੱਗਦਾ, ਇਹ ਇਹਨਾਂ ਦੀ ਵੈਬਸਾਈਟ ਤੁਸੀਂ ਪੰਜਾਬ ਬਜਟ ਕੱਢੋ, ਉਹਦੇ ਵਿੱਚ ਕਿਤੇ ਨਾ ਕਿਤੇ ਲਿਖਿਆ ਆ ਵੀ ਜਿੰਨੀ ਪਾਪੂਲੇਸ਼ਨ ਹੋਵੇ ਐਸੀ ਸਮਾਜ ਦੀ 19% ਬਜਟ ਉਹਨਾਂ ਦੇ ਬਿਹਤਰੀ ਲਈ ਵੈਲਫੇਅਰ ਲਈ ਰੱਖਣਾ ਹੁੰਦਾ। ਇਹਨਾਂ ਨੇ ਕਿੰਨਾ ਰੱਖਿਆ? 11% 12%। ਔਰ ਮੈਂ ਸਮਝਦਾ ਕਿ ਕਹਿੰਦੇ ਇਹ ਕੀ ਕਹਿਣਾ ਚਾਹੁੰਦੇ ਆ। ਡਾਕਟਰ ਅੰਬੇਡਕਰ ਦੀ ਫੋਟੋ ਉਹਨਾਂ ਨੂੰ ਉਤਾਰ ਦੇਣੀ ਚਾਹੀਦੀ ਹੈ। ਔਰ ਜਿਹੜੀ ਸ਼ਹੀਦਾਂ ਸਰਦਾਰ ਭਗਤ ਸਿੰਘ ਦੀ ਗੱਲ ਕਰਦੇ ਆ, ਬੜੀਆਂ ਫੋਟੋ ਚੰਗੀ ਗੱਲ ਆ, ਸ਼ਹੀਦਾਂ ਉਹਨਾਂ ਨੇ ਸਹੁੰ ਵੀ ਉੱਥੇ ਚੁੱਕੀ, ਪਰ ਉੱਥੇ ਉਹਦੀ ਬੈਕਗਰਾਉਂਡ ਪਤਾ ਕੀ ਆ, ਉਹਦਾ ਸੱਚ ਕੀ ਆ? ਸੱਚ ਇਹ ਹੈ ਕਿ ਜਦੋਂ ਇਹਨਾਂ ਨੇ ਆਮ ਆਦਮੀ ਕਲੀਨਿਕ ਬਣਾਉਣੇ ਸੀ, ਇਹਨਾਂ ਨੇ ਸ਼ਹੀਦਾਂ ਸਰਦਾਰ ਭਗਤ ਸਿੰਘ ਨੂੰ ਵੀ ਨਹੀਂ ਬਖਸ਼ਿਆ। ਜਿਹੜੀਆਂ ਉੱਥੇ ਉਹ 7x4 24x7 ਜਿਹੜੀ 24 ਜਿਹਨੂੰ ਕਹਿੰਦੇ ਸੀ 24 ਘੰਟੇ PSC ਚੱਲਦੀ ਸੀ, ਉਹਦੇ ਵਿੱਚ ਇਹ ਜਿਹੜੀ ਆਈ ਸੀ ਸਕੀਮ ਆਈ ਸੀ, ਇਹਦੇ ਵਿੱਚ ਕਹਿੰਦਾ ਮਤਲਬ ਜਿਹੜੀਆਂ ਖਾਸ ਤੌਰ 'ਤੇ ਜਿਹੜੀਆਂ ਡਿਲੀਵਰੀਜ਼ ਆ, ਜਿਹੜੇ ਬੱਚੇ ਪੈਦਾ ਹੁੰਦੇ ਆ, ਹਰ ਰੋਜ਼ ਇੱਕ ਡੇਲੀ ਇੱਕ ਨਾਰਮਲ ਡਿਲੀਵਰੀ ਉੱਥੇ ਹੁੰਦੀ ਸੀ। 24 ਘੰਟੇ ਡਾਕਟਰ ਮਿਲਦਾ ਸੀ, ਕਿਉਂਕਿ ਮੇਨ ਰੋਡ ਆ, ਟਰਾਮਾ ਵੀ ਹੁੰਦਾ ਸੀ, ਮਾੜਾ ਮੋਟਾ ਮਾਈਨਰ ਛੋਟੀ ਸੱਟਾਂ, ਉਹਨਾਂ ਦਾ ਉੱਥੇ ਇਲਾਜ ਵੀ ਹੋ ਜਾਂਦਾ ਸੀ। ਔਰ ਕਈ ਵਾਰੀ ਕਹਿੰਦਾ ਛੋਟੇ ਇਲਾਜ ਕੀਤੇ, ਲੋਕ ਬਚਦੇ ਦੇਖੇ ਆ। ਔਰ ਇਹਨਾਂ ਨੇ ਕੀ ਕੀਤਾ, ਆਮ ਆਦਮੀ ਕਲੀਨਿਕ ਬਣਾਇਆ। ਉਹ ਪਹਿਲਾ ਕੰਮ ਕੀਤਾ, ਜਿਹੜੀ ਸ਼ਹੀਦਾਂ ਸਰਦਾਰ ਭਗਤ ਸਿੰਘ ਉਹਨਾਂ ਦੀ ਫੋਟੋ, ਉਹਨਾਂ ਦੇ ਪਰਿਵਾਰ ਦੀ ਫੋਟੋ ਚੁੱਕ ਕੇ ਰੱਦੀ ਸੁੱਟਤੀ ਔਰ ਆਪਣੀ ਫੋਟੋ ਲਾ ਲਈ। ਭਗਵੰਤ ਮਾਨ ਜੀ ਨੇ ਜਿਹੜਾ ਕਹਿੰਦਾ ਹੁੰਦਾ ਸੀ ਵੀ ਆਹ ਕੀ ਕਰਦੇ ਆ, ਹੁਣ ਤਾਂ ਜੇ ਕਿਤੇ ਨਾ ਇਹ ਖੂਹ ਵੀ ਪੁੱਟਦੇ ਆ, ਕਿਤੇ ਛੱਪੜ ਵੀ ਸਫਾਈ ਕਰਦੇ ਆ, ਉੱਤੇ ਵੀ ਭਗਵੰਤ ਮਾਨ ਦੀ ਪਹਿਲਾਂ ਫੋਟੋ ਲਾਣੀ ਪੈਂਦੀ ਆ। ਬਾਕੀ ਦੀ ਗੱਲ 'ਚ 750 ਕਰੋੜ ਰੁਪਏ ਨਹੀਂ ਇਸੇ ਕੰਮ 'ਚ ਹੈ ਭਗਵੰਤ ਸਿੰਘ ਮਾਨ ਦੀ ਫੋਟੋ ਲਾਉਣ ਲਈ। ਮੈਂ ਸਮਝਦਾ ਕਿ ਇਹ ਜਿਹੜੀਆਂ ਗੱਲਾਂ ਲੋਕਾਂ ਨੂੰ ਪਤਾ ਆ। ਜਦੋਂ ਅਸੀਂ ਰੌਲਾ ਪਾਇਆ ਤੇ ਉੱਥੇ ਉਹਨੇ ਫਿਰ ਉਸ ਤੋਂ ਬਾਅਦ ਉਹ ਫੋਟੋਆਂ ਵੀ ਲਾਤੀਆਂ। ਔਰ ਉਸ ਤੋਂ ਬਾਅਦ ਮੈਨੂੰ ਬਾਈ ਚਾਂਸ, ਮੈਂ ਤਾਂ ਦੇਖਣ ਗਿਆ ਸੀ ਵੀ ਉੱਥੇ ਫੋਟੋਆਂ ਕਿਉਂ ਉਤਾਰੀਆਂ। ਜਦੋਂ ਮੈਂ ਉੱਥੇ ਗਿਆ ਤਾਂ ਉੱਥੇ 9:15 ਵਜੇ ਮੈਂ ਪਹੁੰਚਾ। ਮੈਂ ਅੰਦਰ ਗਿਆ ਤੇ ਮੈਂ ਮੈਡੀਕਲ ਅਫਸਰ ਨੂੰ ਮਿਲਣਾ ਹੀ ਸੀ। ਮੈਂ ਗਿਆ ਅੰਦਰ, ਮੈਂ ਕਿਹਾ ਜੀ ਉਹ ਡਾਕਟਰ ਸਾਹਿਬ ਕਿਤੇ? ਕਹਿੰਦੇ ਉਹ ਤਾਂ ਜਾਣਾ ਨਹੀਂ। ਮੈਂ ਉਹ ਕੀ ਗੱਲ ਹੋਈ? ਮੈਂ ਕਹਿੰਦਾ 24 ਘੰਟੇ ਚੱਲਦਾ ਹੁੰਦਾ ਹਫਤਾ। ਉਹਨੇ ਜੀ ਕਹਿੰਦੇ ਜਦੋਂ ਦਾ ਇਹ ਬਣਿਆ ਨਾ, ਇਹਨਾਂ ਦਾ ਜਿਹੜਾ ਦਿੱਲੀ ਵਾਲਾ ਮੁਹੱਲਾ ਕਿਨੇ ਤੇ ਇੱਥੇ ਆਮ ਆਦਮੀ ਕਲੀਨਿਕ, ਕਹਿੰਦੇ ਉਸ ਦਿਨ ਤੋਂ ਬਾਅਦ ਜਿੱਦਣ ਇਹਨਾਂ ਦੀ ਐਮਰਜੈਂਸੀ ਡਿਊਟੀ ਲੱਗਦੀ ਹੁੰਦੀ ਆ, ਇਹ ਬੰਗਾ ਐਮਰਜੈਂਸੀ ਡਿਊਟੀ ਕੀਤੀ ਨਾਈਟ ਹੀ ਨਹੀਂ, ਅੱਜ ਇਹਨਾਂ ਨੇ ਆਉਣਾ ਨਹੀਂ। ਮੈਂ ਕਿੰਨੇ ਦਿਨ ਲੱਗਦੀ ਆ? ਕਹਿੰਦੇ 10 ਤੋਂ 12 ਦਿਨ ਇਹਨਾਂ ਦੀ ਮਹੀਨੇ 'ਚ ਉੱਥੇ ਡਿਊਟੀ ਲੱਗਦੀ ਆ। ਯਾਨੀ 10 ਤੋਂ 12 ਦਿਨ ਇਹਨਾਂ ਦਾ ਆਮ ਆਦਮੀ ਕਲੀਨਿਕ ਬੰਦ ਰਹਿੰਦਾ ਉੱਥੇ, ਜਦ 24 ਘੰਟੇ ਚੱਲਦਾ ਸੀ। ਇੱਕ ਸਿੰਗਲ ਡਿਲੀਵਰੀ ਨਹੀਂ ਹੋਈ ਉੱਥੇ, ਇੱਕ ਸਿੰਗਲ ਡਿਲੀਵਰੀ। ਕਹਿੰਦਾ ਬਈ ਇਹ ਆਪਣੀਆਂ ਫੋਟੋਆਂ ਲਾ ਕੇ ਸਿਰਫ ਵੋਟਾਂ ਹੀ ਲੈਂਦੇ ਆ, ਉੱਦਾਂ ਦੀਆਂ ਪੱਗ ਬੰਨ੍ਹ ਕੇ। ਮੈਂ ਵਿਧਾਨ ਸਭਾ 'ਚ ਵੀ ਕਿਹਾ ਸੀ ਵੀ ਜੇ ਤੁਸੀਂ ਇਹ ਸੋਚਦੇ ਹੋ ਕਿ ਸ਼ਹੀਦਾਂ ਸਰਦਾਰ ਭਗਤ ਸਿੰਘ ਵਰਗੀ ਪੱਗ ਬੰਨ੍ਹ ਲਈਏ ਵੀ ਉਹ ਤੁਸੀਂ ਕੰਮ, ਲੋਕ ਬੜੇ ਸਿਆਣੇ ਆ। ਸੋ ਇਹ ਮੁੱਦੇ ਆ। ਕਹਿੰਦਾ ਮਤਲਬ ਹੁਣ ਤੁਸੀਂ ਲੋਕਲ ਜਲੰਧਰ ਦੀ ਗੱਲ ਕਰੋ, ਇੱਥੇ ਜਿਨ੍ਹਾਂ ਨੇ ਰਾਜ ਕੀਤਾ ਨਾ, ਕਿਉਂਕਿ ਜੋ ਕਾਂਗਰਸ ਕਰਦੀ ਸੀ, ਕੀ ਕਰਦੀ ਸੀ? ਲੋਕਾਂ ਨੂੰ ਨਫ਼ਰਤ ਦੀ ਉਹੀ ਜਾਤ ਦੇ ਨਾਂ ਦੇ ਧਰਮ ਨਾਲ, ਜੋ ਅੱਜ BJP ਕਰ ਰਹੀ ਹੈ, ਉਹੀ ਕਾਂਗਰਸ ਦੇ। ਤੁਸੀਂ ਦੱਸੋ 9 ਸਾਲ ਦੇ ਵਿੱਚ ਇੱਥੇ ਇੱਕੋ MP ਰਹੇ। ਸਾਨੂੰ ਬੜਾ ਅਫਸੋਸ ਹੈ ਇਸ ਗੱਲ ਦਾ ਕਿ ਚੌਧਰੀ ਸੰਤੋਖ ਸਿੰਘ ਹੁਣੀ ਇਸ ਦੁਨੀਆ 'ਤੇ ਨਹੀਂ ਰਹੇ, ਚੌਧਰੀ ਸਾਹਿਬ। ਔਰ ਮੈਨੂੰ ਕਹਿੰਦਾ ਮਤਲਬ ਇਹ ਗੱਲ ਕਹਿਣ ਵੀ ਉਹਨਾਂ ਨੇ ਬਹੁਤ ਲੰਬਾ ਸਮਾਂ ਜਲੰਧਰ ਦੀ ਰਾਜਨੀਤੀ ਕੀਤੀ ਆ। ਪਰ ਮੈਨੂੰ ਇਸ ਗੱਲ ਦਾ ਅਫਸੋਸ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਨੇ 750 ਕਰੋੜ ਰੁਪਈਆ ਇਸ ਜਲੰਧਰ ਨੂੰ ਸਮਾਰਟ ਸਿਟੀ ਬਣਾਉਣ ਲਈ ਖਰਚਿਆ। ਨਾ ਕਾਂਗਰਸ ਨੇ ਰੁਪਈਆ ਲਾਇਆ, ਨਾ ਹੁਣ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਲਾਇਆ। ਔਰ ਮੈਂ ਸਮਝਦਾ ਕਿ ਇਹ ਗੱਲਾਂ ਜਿਹੜੀਆਂ ਆ, ਇਹ ਲੋਕਾਂ ਦੇ ਜ਼ਿਹਨ 'ਚ ਆ, ਉਹਨਾਂ ਨੂੰ ਪਤਾ ਆ। ਔਰ ਅੱਜ ਤਾਂ ਕੈਂਡੀਡੇਟ ਵੀ ਆ ਗਏ। ਮੇਰੇ ਜਿੰਨੇ ਵੀ ਸਰਟੀਫਿਕੇਟ ਆ ਨਾ, MS ਤੱਕ, ਜਿਹੜੀ ਮੇਰੀ ਹਾਈਐਸਟ ਕੁਆਲੀਫਿਕੇਸ਼ਨ ਆ, ਉਹਦੇ 'ਤੇ ਜਦੋਂ ਅੱਜ ਵੀ ਤੁਸੀਂ ਜਦੋਂ ਉਹਦਾ ਐਡਰੈਸ ਭਰਦੇ ਆ, ਉਹਦੇ ਜ਼ਿਲ੍ਹਾ ਜਲੰਧਰ ਲਿਖਿਆ। ਕਿਉਂਕਿ ਹੁਣ ਜ਼ਿਲ੍ਹਾ ਜਲੰਧਰ ਨੂੰ ਵੀ 5 ਹੋਰ ਜ਼ਿਲ੍ਹੇ ਬਣਾਉਣ ਵੱਖਰੀ ਗੱਲ ਆ। ਔਰ ਮੋਰਓਵਰ ਜਿਹੜੇ ਲੋਕ ਬਾਹਰੋਂ ਆ ਗਿਆ ਜੀ ਵਿਦਵਾਨ ਨਹੀਂ, ਤਾਂ ਮੋਦੀ ਸਾਹਿਬ ਕਿੱਥੋਂ ਜਾ ਕੇ ਇਲੈਕਸ਼ਨ ਲੜਦੇ ਆ? ਅਤੇ ਰਾਹੁਲ ਗਾਂਧੀ ਜਿਹੜੇ ਕਾਂਗਰਸ ਜਿਹੜੇ ਗੱਲਾਂ ਕਰਦੇ ਇਹਨਾਂ ਦੇ, ਉਹ ਕਿੱਥੋਂ ਲੜਦੇ ਆ? ਦੇਖੋ ਇਹ ਗੱਲਾਂ ਕਹਿਣੀਆਂ ਸੌਖੀਆਂ। ਮੈਂ ਤਾਂ ਇਹ ਸਮਝਦਾ ਕਿ ਜਿਹੜਾ ਵੀ ਲੋਕ ਜਿਹਨੂੰ ਵੀ ਜਿਤਾ ਕੇ ਭੇਜਣ ਜਾਂ ਜਿਹਨੂੰ ਵੀ ਵੋਟ ਪਾਉਣ, ਇੱਕ ਜ਼ਰੂਰ ਯਾਦ ਰੱਖਣ, ਅੱਜ ਕਰੈਕਟਰ ਮਰ ਰਹੇ ਆ। ਠੀਕ ਹੈ, ਕਰੈਕਟਰ ਮਰ ਰਿਹਾ। ਮੈਂ ਸਮਝਦਾ ਕਿ ਜੇ ਕਰੈਕਟਰ ਨੂੰ ਜਿੰਦਾ ਰੱਖਣਾ
ਤਾਂ ਲੋਕਾਂ ਨੂੰ ਸਾਰੇ ਕੈਂਡੀਡੇਟ ਜਿੰਨੇ ਵੀ ਆ, ਬੇਸ਼ੱਕ ਉਹ ਕਾਂਗਰਸ ਦਾ, ਬੇਸ਼ੱਕ ਮੈਂ ਅਕਾਲੀ ਹਾਂ, ਬਸਪਾ ਦਾ ਆ, ਬੀਜੇਪੀ ਦਾ ਆ, ਆਮ ਆਦਮੀ ਪਾਰਟੀ ਦਾ, ਇਹਨਾਂ ਦੇ ਕਰੈਕਟਰ ਦੇਖ ਕੇ ਜ਼ਰੂਰ, ਕਿਉਂਕਿ ਕੋਈ ਬੰਦਾ ਇੱਕ ਦਿਨ 'ਚ ਵੱਡਾ ਨਹੀਂ ਹੁੰਦਾ। ਮੈਂ 62 ਸਾਲ ਦਾ, ਮੈਂ 62 ਸਾਲ 'ਚ ਇੱਕ ਦਿਨ 'ਚ ਨਹੀਂ ਹੋਇਆ। ਮੇਰਾ ਜਵਾਨੀ ਵੀ, ਮੇਰਾ ਐਜ਼ ਏ ਪ੍ਰੋਫੈਸ਼ਨਲ, ਕਿਉਂਕਿ ਮੈਂ ਡਾਕਟਰ ਹਾਂ, ਹਸਪੀਟਲ ਚਲਾਉਣਾ, ਉੱਥੇ ਵੀ ਲੋਕਾਂ 'ਚ ਗੱਲ ਪੁੱਛਣੀ ਚਾਹੀਦੀ ਹੈ। ਲੋਕਾਂ ਨੂੰ ਆਪਣੇ ਕੈਂਡੀਡੇਟ ਬਾਰੇ ਸਭ ਕੁਝ ਪੁੱਛਣਾ ਚਾਹੀਦਾ ਵੀ ਕਿੱਦਾਂ ਦਾ ਆ। ਔਰ ਮੋਰਓਵਰ ਇਹ ਕਰੈਕਟਰ ਫਿਜ਼ੀਕਲ ਕਰੈਕਟਰ ਨਹੀਂ ਹੁੰਦਾ। ਜੇ ਤੁਸੀਂ ਇਹ ਕਹੋ ਨਾ ਫਿਜ਼ੀਕਲ ਕਰੈਕਟਰ ਹੀ ਕਰੈਕਟਰ ਹੁੰਦਾ, ਜੇ ਤੁਸੀਂ, ਮੈਂ ਡਾਕਟਰ ਹਾਂ, ਜੇ ਮੈਂ ਆਪਣੇ ਕਿੱਤੇ ਨਾਲ ਜਸਟੀਫਾਈ ਨਹੀਂ ਕਰਦਾ, ਜੇ ਮੈਂ ਪੇਸ਼ੈਂਟ ਨੂੰ ਆਪਣੇ ਨੂੰ ਸੈਟੀਸਫਾਈ ਨਹੀਂ ਕਰਦਾ, ਤਾਂ ਉਹ ਵੀ ਕ੍ਰਾਈਮ ਹੈ। ਅਸ਼ੁਰਾ ਮਾਰ ਦਿਓ, ਲਾਠੀ ਮਾਰ ਦਿਓ, ਕ੍ਰਾਈਮ ਨਹੀਂ ਹੁੰਦਾ। ਇਹ ਵੀ ਇੱਕ ਕਰੈਕਟਰ ਦੀ ਡੈਫੀਨੇਸ਼ਨ ਆ। ਸੋ ਮੈਂ ਸਮਝਦਾ ਜੇ ਅਸੀਂ ਇਹ ਗੱਲਾਂ ਦੇਖਾਂਗੇ ਕਿ ਮੈਂ ਐਮਐਲਏ ਆ, ਇਹ ਵੀ ਦੋ ਤਾਂ ਇਹਨਾਂ 'ਚੋਂ ਸੱਜਣ ਜਿਹੜੇ ਮੇਰੇ ਨਾਲ ਐਮਐਲਏ ਵੀ ਰਹੇ ਆ, ਉਹਨਾਂ ਦੀ ਕਾਰਜਕਾਰੀ ਵਿਧਾਨ ਸਭਾ ਜਿੱਥੇ ਭੇਜਿਆ ਸੀ ਉੱਥੇ ਦੀ ਵੀ ਦੇਖਣੀ ਚਾਹੀਦੀ, ਇਕੱਲੇ ਸੜਕਾਂ 'ਤੇ ਭਾਸ਼ਣ ਨਹੀਂ ਦੇਖਣੇ ਚਾਹੀਦੇ। ਜਿਸ ਜਗ੍ਹਾ 'ਤੇ ਅਸੀਂ ਜਾਂਦੇ ਹਾਂ, ਉੱਦਾਂ ਇੱਕ ਦੀ ਤਾਂ ਸਰਕਾਰ ਵਿੱਚ ਵੀ, ਪਿਛਲੀ ਸਰਕਾਰ ਵੀ ਸੀ, ਆਮ ਆਦਮੀ ਜਿਹੜੇ ਹੁਣ ਆਮ ਆਦਮੀ ਪਾਰਟੀ ਚਲੇ ਗਏ ਆ, ਕਾਂਗਰਸ ਦੇ ਐਮਐਲਏ ਸੀ, ਕਢਾਇਓ 5 ਸਾਲ ਦਾ ਤੁਹਾਡੀ ਸਰਕਾਰ ਦੇ ਵਿੱਚ ਤੁਸੀਂ ਕੀਤਾ ਕੀ ਆ, ਨਹੀਂ ਤਾਂ ਅਸੀਂ ਦੱਸਾਂਗੇ। ਅਸੀਂ ਪਲੈਨਿੰਗ ਬੋਰਡ ਦੇ ਚੇਅਰਮੈਨ, ਇਸ ਗੱਲ ਦਾ ਦਾਅਵਾ ਕਰਦੇ ਆ ਕਿ ਕਾਂਗਰਸ ਦੀ ਆਪਸੀ ਫੁੱਟ ਉਹਨਾਂ ਨੂੰ ਜਿਹੜਾ ਹੈ ਵੱਡਾ ਨੁਕਸਾਨ ਪਹੁੰਚਾ ਗਈ, ਔਰ ਆਮ ਆਦਮੀ ਪਾਰਟੀ ਦੀਆਂ ਪਾਲਿਸੀਜ਼ ਚੰਗੀਆਂ ਲੱਗੀਆਂ। ਉਹ ਕਹਿੰਦੇ 1 ਸਾਲ ਦੇ ਵਿੱਚ ਕੀਤੇ ਹੋਏ ਕੰਮ ਸਾਨੂੰ ਚੰਗੇ ਲੱਗੇ, ਇਸ ਕਰਕੇ ਅਸੀਂ ਫੈਸਲਾ ਲੈ ਲਿਆ ਕਿ ਅਸੀਂ ਆਮ ਆਦਮੀ ਪਾਰਟੀ ਦਾ ਹਿੱਸਾ ਬਣਾਂਗੇ। ਹੁਣ ਅਸੀਂ ਸੇਵਾ ਕਰਨ ਆਏ ਸੀ, ਉਹਨਾਂ ਨੇ ਸਾਨੂੰ ਟਿਕਟ ਦਿੱਤੀ, ਹੁਣ ਅਸੀਂ ਟਿਕਟ 'ਤੇ ਇਮਾਨਦਾਰੀ ਨਾਲ ਲੋਕਾਂ ਕੋਲੇ ਜਾਵਾਂਗੇ, ਉਹਨਾਂ ਨੂੰ ਆਪਣੀ ਗੱਲ ਦੱਸਾਂਗੇ ਔਰ ਜਿੱਤ ਪ੍ਰਾਪਤ ਕਰਾਂਗੇ। ਸੁਸ਼ੀਲ ਕੁਮਾਰ ਰਿੰਕੂ ਜਿਹੜੇ ਨੇ, ਉਹਨਾਂ ਦੇ ਆਪਣੇ ਵੀਰ ਨੇ। ਨਹੀਂ, ਮੈਂ ਸਮਝਦਾ ਉਹਨਾਂ ਦੀ ਗੱਲ। ਦੇਖੋ, ਉਹਨਾਂ ਨੂੰ ਕਹਿਣਾ ਵੀ ਇਹੀ ਬਣਦਾ, ਕਿਉਂਕਿ ਜੇ ਅਸੀਂ ਉਹਨੂੰ ਯਾਦ ਕਰਾਉਣ ਲੱਗ ਪਏ ਵੀ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ, ਤੇ ਸਭ ਇਹਨਾਂ ਨੇ, ਮੈਨੂੰ ਲੱਗਦਾ ਇਹਨਾਂ ਨੇ ਬਿਆਨ ਦਿੱਤਾ ਸੀ ਵੀ ਇਹਦੇ ਕਾਤਲ ਜਿਹੜੇ ਆ, ਉਹ ਕਾਤਲ ਨਹੀਂ, ਅਸਲੀ ਕਾਤਲ ਭਗਵੰਤ ਮਾਨ ਜੀ ਔਰ ਕੇਜਰੀਵਾਲ ਆ। ਇਹ ਕਿਹਾ ਸੀ ਨਾ, ਕਢਾ ਲਿਓ ਰਿਕਾਰਡਿੰਗ। ਔਰ ਮੈਂ ਇਹ ਚੰਗੀ ਤਰ੍ਹਾਂ ਜਾਣਦਾ ਕਿ ਜਿਹੜੀ ਪਾਰਟੀ ਕਹਿੰਦੀ ਹੈ ਵੀ ਸਾਡਾ ਥੱਲੇ ਬਹੁਤ ਆਧਾਰ ਆ, ਉਹਨਾਂ ਨੇ ਕਿਹੜੇ ਬੰਦੇ ਨੂੰ ਅਪਰੋਚ ਨਹੀਂ ਕੀਤਾ ਵੀ ਸਾਡੇ ਵੱਲੋਂ ਇਲੈਕਸ਼ਨ ਲੜੋ। ਕਿਹੜੇ ਬੰਦੇ ਨੂੰ? ਇੱਕ ਸਿੰਗਲ ਬੰਦੇ ਦਾ ਨਾਮ ਲਓ, ਜਿੰਨੇ ਲੀਡਰ ਤੁਹਾਨੂੰ ਯਾਦ ਆ ਨਾ, ਇਹਨਾਂ ਨੇ ਹਰ ਐਸੀ ਲੀਡਰ ਨੂੰ ਅਪਰੋਚ ਕੀਤਾ ਵੀ ਸਾਡੇ ਵੱਲੋਂ ਇਲੈਕਸ਼ਨ ਲੜ ਲਓ। ਉਹ ਪਾਰਟੀ ਜਿਹੜੀ 92 ਕੱਲ ਜਿੱਤ ਕੇ ਆਏ ਆ, ਜਿਹੜੇ ਕਹਿੰਦੇ ਸਾਡੇ ਹਰ ਗਲੀ ਮੁਹੱਲਿਆਂ 'ਚ ਸਾਡੇ ਵਰਕਰ ਹੀ ਵਰਕਰ, ਅਸੀਂ ਆਮ ਵਰਕਰ ਨੂੰ ਟਿਕਟਾਂ ਦੇ ਕੇ ਨਵਾਜ਼ਦੇ ਹਾਂ, ਉਹਨਾਂ ਨੂੰ ਐਮਐਲਏ ਐਮਪੀ ਬਣਾਉਂਦੇ ਆ, ਉਹਨਾਂ ਨੂੰ ਆਪਣੀ ਪਾਰਟੀ 'ਚੋਂ ਕੋਈ ਕੈਂਡੀਡੇਟ ਨਹੀਂ ਲੱਭਿਆ। ਤਾਂ ਜਦੋਂ ਕੋਈ ਨਹੀਂ ਲੱਭਿਆ, ਔਰ ਦੂਸਰੀਆਂ ਪਾਰਟੀਆਂ ਦੇ ਜਿੰਨੇ ਵੀ ਐਸੀ ਲੀਡਰ ਸੀ ਜਿਹੜੇ ਇੱਥੋਂ ਦੇ ਸੀ, ਕਹਿੰਦਾ ਜਿਹੜੇ ਇਲੈਕਸ਼ਨ ਲੜ ਸਕਦੇ, ਉਹਨਾਂ ਨੂੰ ਇਹਨਾਂ ਨੇ ਅਪਰੋਚ, ਸਭ ਨੇ ਨਾ ਕੀਤੀ ਇਹਨਾਂ ਨੂੰ। ਸੋ ਜਦੋਂ ਫਿਰ ਕੋਈ ਨਾ ਲੱਭੇ, ਫਿਰ ਸੁਸ਼ੀਲ ਰਿੰਕੂ ਜੀ ਆ ਗਏ। ਮੈਂ ਸਮਝਦਾ ਕਿ ਉਹ ਲੋਕ ਜਾਣਦੇ ਆ ਕਿੰਨਾ ਕਿੰਨਾ ਦਾ ਗ੍ਰਾਫ ਆ, ਕਿੰਨੇ ਕਿੰਨਾ ਦੇ ਕੰਮ ਕੀਤੇ ਆ। ਬਾਕੀ ਤੁਹਾਡੇ ਸਾਹਮਣੇ ਦੱਸ। ਭਾਜਪਾ ਨੇ ਉਮੀਦਵਾਰ ਆਪਣੇ ਲਾਏ ਨੇ ਇਕਬਾਲ ਸਿੰਘ ਅਟਵਾਲ, ਔਰ ਭਾਜਪਾ ਕਹਿ ਰਹੀ ਹੈ ਕਿ ਅਸੀਂ ਜਿਸ ਆਧਾਰ 'ਤੇ ਚੋਣਾਂ ਲੜਨੀਆਂ, ਜਾਂ ਜੋ ਗੱਲਾਂ ਕਹਿ ਕੇ ਅਸੀਂ ਲੋਕਾਂ ਕੋਲੇ ਜਾਣਾ, ਸਭ ਤੋਂ ਪਹਿਲਾਂ ਕਿ ਅਸੀਂ ਸਿੱਖਾਂ ਵਾਸਤੇ ਬਹੁਤ ਕੁਝ ਕੀਤਾ। ਉਹ ਤਾਂ ਕੋਰੀਡੋਰ ਖੋਲ੍ਹਣ ਤੱਕ ਦੀ ਗੱਲ ਕਰਦੇ ਨੇ, ਬਲੈਕ ਲਿਸਟ ਖਤਮ ਕਰਨ ਦੀ ਗੱਲ ਕਰਦੇ ਨੇ, ਔਰ ਉਹ ਕਹਿ ਰਹੇ ਨੇ ਕਿ 2024 ਦੇ ਵਿੱਚ ਅਸੀਂ ਰਿਪੀਟ ਹੋ ਰਹੇ ਹਾਂ, ਅਤੇ ਇਸੇ ਨੂੰ ਦੇਖਦੇ ਹੋਏ ਲੋਕ ਸਾਨੂੰ ਵੋਟ ਕਰਨਗੇ ਔਰ ਅਸੀਂ ਇੱਥੋਂ ਜਿੱਤ ਪ੍ਰਾਪਤ ਕਰਾਂਗੇ, ਕਿਉਂਕਿ ਆਹ ਸਾਲ ਤਾਂ ਅਸੀਂ ਐਮਪੀ ਰਹਾਂਗੇ, ਅੱਗੇ 2024 ਦੇ ਵਿੱਚ ਵੀ ਸਾਡੀ ਸਰਕਾਰ ਹੈ ਜਿਹੜੀ ਉਹ ਰਿਪੀਟ ਹੋਣ ਜਾ ਰਹੀ ਹੈ। ਉਹ ਕਹਿੰਦੇ ਕਿ ਜੇਕਰ ਜਲੰਧਰ ਦੇ ਲੋਕਾਂ ਦਾ ਕੋਈ ਵਿਕਾਸ ਹੋ ਸਕਦਾ ਤਾਂ ਭਾਜਪਾ ਕਰਵਾ ਸਕਦੀ, ਕਿਉਂਕਿ ਅਸੀਂ ਕੇਂਦਰ 'ਚ ਬੈਠੇ। ਦੇਖੋ, ਮੈਂ ਤਾਂ ਇਹ ਸੋਚਦਾ ਵੀ ਬੜੀ ਚੰਗੀ ਗੱਲ ਹੈ ਜੇ ਇਹ ਸੋਚ ਆਪਣੀ ਬਦਲ ਲੈਣ, ਕਿਉਂਕਿ ਜੇ ਵੋਟਾਂ ਲੈਣ ਲਈ ਇਹ ਗੱਲ ਕਹਿਣੀ ਹੈ ਤਾਂ ਬੜੀ ਚੰਗੀ ਲੱਗਦੀ ਆ, ਪਰ ਜੇਕਰ ਇਦਾਂ ਦੇ ਹੁੰਦੇ ਤਾਂ ਐਨਸੀਆਰ ਦੀ ਬੁੱਕ ਦੇ ਵਿੱਚ ਉਹ ਚੈਪਟਰ ਨਾ ਲੈ ਕੇ ਆਉਂਦੇ। ਜੇ ਇਹ ਇਦਾਂ ਦੇ ਹੁੰਦੇ ਤਾਂ ਕਿਸਾਨ ਜਿਹੜਾ, ਦੇਖੋ ਮੈਜੋਰਟੀ ਕਿਸਾਨ ਜਿਹੜਾ, ਮੈਜੋਰਟੀ ਪੰਜਾਬ ਦੇ ਵਿੱਚ, ਇਹ 'ਚ ਦੋ ਰਾਮਾਂ ਨਹੀਂ, ਉਹ ਸਿੱਖ ਲੋਕ ਜਿਹੜੇ ਉਹ ਜ਼ਿਆਦਾ ਖੇਤੀ ਕਰਦੇ ਆ, ਉਹਨਾਂ ਨੂੰ ਨਾ ਉੱਥੇ ਸਾਲ ਭਰ ਧੱਕੇ ਨਾ ਖਾਣੇ ਪੈਂਦੇ। ਚਲੋ ਉਹ ਵੀ ਖਾ ਲੈ, ਪਰ ਉਹਨਾਂ ਨੇ ਜਿਹੜੀ ਕਮਿਟਮੈਂਟ ਕੀਤੀ ਸੀ, ਮੈਂ MSP ਦੇਣੀ ਆ ਜਾਂ ਹੋਰ ਚੀਜ਼ਾਂ ਦੇਣੀਆਂ, ਸਹੂਲਤਾਂ ਦੇਣੀਆਂ, ਉਹ ਬੰਦ ਨਾ ਕਰਦੇ। ਦੇਖੋ, ਜੇ ਤੁਸੀਂ ਇਹ ਸੋਚਦੇ ਹੋ ਨਾ ਕਿਸੇ ਨੂੰ ਬਦਨਾਮ ਕਰਕੇ, ਕਿਸੇ ਨੂੰ ਘਟੀਆ ਦੱਸ ਕੇ, ਫਿਰ ਅਸੀਂ ਕਹੀਏ ਵੀ ਤੁਹਾਡਾ ਇੱਕ ਨੁਮਾਇੰਦਾ ਲਿਆ ਕੇ ਅਸੀਂ ਟਿਕਟ ਦੇ ਦਈਏ, ਵੀ ਉਹ ਗਲਤ ਧੋਤੀ ਜਾਏਗੀ। ਪੰਜਾਬ ਦੇ ਲੋਕ, ਦਲਿਤ ਸਮਾਜ ਅਤੇ ਸਿੱਖ ਸਮਾਜ ਕਦੀ ਵੀ BJP ਨੂੰ ਮੂੰਹ ਨਹੀਂ ਲਾਊਗਾ, ਕਿਉਂਕਿ ਉਹਨਾਂ ਦੀ ਰਣਨੀਤੀ ਇਹ ਆ, ਉਹਨਾਂ ਦੀ ਰਾਜਨੀਤੀ ਇਹ ਆ ਕਿ ਉਹਨਾਂ ਨੇ ਲੋਕਾਂ ਨੂੰ ਧਰਮ ਦੇ ਨਾਂ 'ਤੇ, ਜਾਤ ਦੇ ਨਾਂ 'ਤੇ ਲੜਾ ਕੇ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰਨੀ। ਦਿੱਲੀ ਸੁਣਿਆ ਸੀ, ਮਾਰੋ ਗੋਲੀ ਮਾਰੋ ਇਹਨਾਂ ਕੋ, ਹੈ ਨਾ। ਇਹ ਕੋਈ ਵਕਤ ਦੂਰ ਨਹੀਂ ਜਦੋਂ ਇਹਨਾਂ ਨੇ ਸਿੱਖਾਂ ਨੂੰ ਵੀ ਇੱਥੇ ਕਹਿਣ ਲੱਗ ਪੈਣਾ, ਦਲਿਤਾਂ ਨੂੰ ਵੀ ਕਹਿਣ ਲੱਗ ਪੈਣਾ ਗੋਲੀ ਮਾਰੋ ਇਹਨਾਂ ਕੋ। ਕਹਿੰਦਾ ਮਤਲਬ ਇਹ ਲੋਕ ਬੜੇ ਸਿਆਣੇ, ਮੇਰੇ ਕਹਿਣ ਨਾਲ ਨਹੀਂ, ਲੋਕ ਸਿਆਣੇ ਆ, ਲੋਕ ਇਹਨਾਂ ਗੱਲਾਂ ਨੂੰ ਯਾਦ ਰੱਖਣਗੇ। ਬਾਕੀ ਇਹ ਜ਼ਰੂਰ ਹੋ ਸਕਦਾ ਕਿ ਜਿਹੜਾ ਡਰੱਗਸ ਦਾ ਧੰਦਾ ਆ ਉਹ ਹੋਰ ਜ਼ਿਆਦਾ ਵੱਧ ਫੁੱਲ ਕੇ ਬਾਹਰ ਆਵੇ, ਕਿਉਂਕਿ
ਉਸੇ ਦਿਨ ਜਿਹੜੇ 10-10 ਸਾਲ ਜੇਲ੍ਹਾਂ ਕੱਟ ਕੇ ਆਏ ਉਹ ਵੀ ਨਾਲ ਜੁਆਇਨ ਕੀਤੇ ਆ। ਰਿੰਕੂ ਜੀ ਇਕੱਲੇ ਨਹੀਂ ਕੀਤੇ, ਉਹਨਾਂ ਨਾਲ ਉੱਦਾਂ ਦੇ ਚਿਹਰੇ ਵੀ ਜੁਆਇਨ ਕੀਤੇ, ਕਿਉਂਕਿ ਦੇਖੋ ਇਹ ਬੀਜੇਪੀ ਦੀ ਸਹਿਮਤੀ ਤੋਂ ਬਿਨਾਂ ਤਾਂ ਹੋ ਹੀ ਨਹੀਂ ਸਕਦਾ। ਜੇ ਮੈਂ ਕ੍ਰਿਮੀਨਲ ਆ ਕੋਈ ਤੇ ਸਾਰੀ ਦੁਨੀਆ ਨੂੰ ਪਤਾ ਹੁੰਦਾ, ਕਿਉਂਕਿ ਜੇ ਕੋਈ ਕਿਸੇ ਨੂੰ ਸਜ਼ਾ ਹੋ ਜਾਏ ਉਹਦਾ ਸਭ ਨੂੰ ਪਤਾ ਹੁੰਦਾ, ਫਿਰ ਵੀ ਕਹਿੰਦਾ ਮਤਲਬ ਉਹਨਾਂ ਨੇ ਉਹਨੂੰ ਐਕਸੈਪਟ ਕੀਤਾ। ਸੋ ਮੈਂ ਸਮਝਦਾ ਕਿ ਪਤਾ ਨਹੀਂ ਕੀ ਮੈਸੇਜ ਬੀਜੇਪੀ ਦੇਣਾ ਚਾਹੁੰਦੀ ਹੈ। ਬਾਕੀ ਲੋਕ ਹਰ ਇੱਕ ਦੀ ਰਾਜਨੀਤੀ ਨੂੰ ਜਾਣਦੇ। ਮੈਂ ਤਾਂ ਸਿਰਫ ਇੱਕ ਤੁਹਾਡੇ ਤੋਂ ਇੱਕ ਬੇਨਤੀ ਕਰਨੀ ਹੈ ਵੀ ਜੇ ਤੁਸੀਂ ਚਾਹੁੰਦੇ ਹੋ ਕਿ ਬਈ ਅਸੀਂ ਇੱਕ ਚੰਗਾ ਸਿਸਟਮ ਲਿਆਉਣਾ ਚਾਹੁੰਦੇ ਹਾਂ, ਇਹ ਜਿਹੜੀ ਰਾਜਨੀਤੀ ਆ ਇਹਦੇ ਵਿੱਚ ਕੋਈ ਸੁਧਾਰ ਹੋਵੇ, ਤਾਂ ਘੱਟ ਤੋਂ ਘੱਟ ਪਹਿਲਾਂ ਇੱਕ ਗੱਲ ਜ਼ਰੂਰ ਕਰਿਓ, ਜਿੰਨੇ ਵੀ ਉਮੀਦਵਾਰ ਕਿਸੇ ਵੀ ਪਾਰਟੀ ਦਾ ਹੋਵੇ ਉਹਨੂੰ ਫਰੋਲਿਓ ਜ਼ਰੂਰ, ਉਹਦਾ ਤੰਦ ਫਰੋਲ ਕੇ ਵੋਟ ਪਾਇਓ। ਕਿਉਂਕਿ ਜੇ ਕਿਤੇ ਉੱਥੇ ਗੰਦਲਾ ਹੋ ਗਿਆ ਤੇ ਫਿਰ ਜਿਹੜੀ ਵਿਚਾਰਧਾਰਾ ਕੋਈ ਆ ਨਹੀਂ ਸਕਦੀ ਉੱਭਰ ਕੇ। ਕਿਉਂਕਿ ਪਹਿਲੀ ਗੱਲ ਜਿਹੜੀ ਪੋਲੀਟਿਕਸ ਦੇ ਵਿੱਚ ਆ ਉਹ ਇਮਾਨਦਾਰੀ ਹੋਣੀ ਚਾਹੀਦੀ ਹੈ। ਮੈਂ ਮੰਨਦਾ ਜੇ ਡਾਕਟਰ ਸੁਖੀ ਬੇਈਮਾਨ ਆ, ਉਹ ਲੋਕਾਂ ਨਾਲ ਨਹੀਂ ਖੜਦਾ ਜਾਂ ਲੋਕਾਂ ਦੀ ਗੱਲ ਨਹੀਂ ਕਰਦਾ ਜਾਂ ਉਹਨਾਂ ਨਾਲ ਬੇਈਮਾਨੀਆਂ ਕਰਦਾ, ਤਾਂ ਡਾਕਟਰ ਸੁਖੀ ਨੂੰ ਵੋਟ ਨਹੀਂ ਪਾਉਣੀ ਚਾਹੀਦੀ। ਮੈਂ ਤੁਹਾਡੇ ਮਾਧਿਅਮ ਨਾਲ ਕਹਿੰਦਾ ਨਹੀਂ ਪਾਉਣੀ ਚਾਹੀਦੀ। ਬਹੁਤ ਦੂਰ ਨਹੀਂ, 35 ਮਿੰਟ ਵੀ ਨਹੀਂ ਲੱਗਦੇ। ਜੇ ਮੈਂ ਜਲੰਧਰੋਂ ਕਿਸੇ ਦੂਜੇ ਕੋਨੇ, ਜਲੰਧਰ ਡਿਸਟ੍ਰਿਕਟ ਦੂਜੇ ਕੋਨੇ ਤੋਂ ਜਾਵਾਂ ਤਾਂ ਮੈਂ ਲੇਟ ਪਹੁੰਚਦਾ। ਜੇ ਮੈਂ ਬੰਗੇ ਪਹੁੰਚਣਾ ਤਾਂ ਮੈਨੂੰ 15 ਤੋਂ 20 ਮਿੰਟ ਲੱਗਦੇ ਸਿਰਫ। ਆ ਫਗਵਾੜੇ ਤੋਂ ਪਹਿਲਾਂ ਹੀ ਮੇਰਾ ਹਲਕਾ ਸ਼ੁਰੂ ਹੋ ਜਾਂਦਾ ਨਾਲੇ ਹੀ। ਤੇ ਲੋਕਾਂ ਨੂੰ ਇਹ ਗੱਲ ਪੁੱਛਣੀ ਚਾਹੀਦੀ ਹੈ। ਮੈਂ ਬੇਨਤੀ ਕਰਦਾ ਕਿ ਪੁੱਛ ਕੇ ਪਾਇਓ, ਕਿਤੇ ਐਵੇਂ ਹੀ ਨਹੀਂ ਕਹਿੰਦਾ ਮਤਲਬ ਜਿੰਨਾ ਚਿਰ ਅਸੀਂ ਕਰੈਕਟਰ ਨਹੀਂ ਚੇਂਜ ਕਰਦੇ, ਜਿੰਨਾ ਚਿਰ ਅਸੀਂ ਕਰੈਕਟਰ ਕਿਸੇ ਦਾ ਨਹੀਂ ਦੇਖਦੇ, ਤਾਂ ਮੈਂ ਸਮਝਦਾ ਕਿਉਂਕਿ ਸਾਨੂੰ ਆਦਤ ਪੈ ਗਈ ਕਿ ਅਸੀਂ ਫਿਜ਼ੀਕਲ ਕਰੈਕਟਰ ਹੀ ਦੇਖਦੇ ਹਾਂ, ਪਰ ਕਰੈਕਟਰ ਬੜੇ ਹੋਰ ਵੀ ਆ ਕਿ ਅਸੀਂ ਸਿੰਸੀਅਰਟੀ ਨਾਲ ਰਹਿੰਦੇ, ਕਿਹਦੇ ਨਾਲ ਜਿਹਦੇ ਨਾਲ ਤੁਰੇ ਹਾਂ, ਕਿ ਉਹਦੇ ਨਾਲ ਖੜੇ ਵੀ ਹੈ, ਕਿ ਉਹ ਦੇਖਣ ਨੂੰ ਹੀ ਖੜੇ ਹਾਂ, ਕਿ ਪਿੱਛੋਂ ਕੁਝ ਜਿੱਦਾਂ ਕਾਂਗਰਸ ਕਰ ਰਹੀ ਆ, ਦਿਖਾਵਾ ਕਰਨੀ ਹੈ। ਇਹ ਗੱਲਾਂ ਜੇਕਰ ਅਸੀਂ ਨਹੀਂ ਕਰਾਂਗੇ ਨਾ, ਤਾਂ ਮੈਂ ਸਮਝਦਾ ਕਿ ਸੁਧਾਰ ਨਹੀਂ ਹੋ ਸਕਦਾ। ਠੀਕ ਹੈ ਡਾਕਟਰ ਸਾਹਿਬ, ਕਿਉਂਕਿ 1 ਸਾਲ ਹੋਇਆ ਤੁਹਾਨੂੰ ਇੱਥੋਂ ਜਿੱਤ ਕੇ ਗਿਆ ਨੂੰ, ਔਰ ਜ਼ਾਹਿਰ ਜੀ ਗੱਲ ਹੈ ਕਿ ਉਸ ਵੇਲੇ ਆਮ ਆਦਮੀ ਪਾਰਟੀ ਦੀ ਹਨੇਰੀ ਸੀ, ਪਰ ਬੰਗੇ 'ਚੋਂ ਲੋਕਾਂ ਨੇ ਤੁਹਾਨੂੰ ਚੁਣਿਆ। ਹੁਣ ਕੀ ਉਹ ਹਲਕੇ ਦੇ ਲੋਕਾਂ ਨਾਲ ਸਲਾਹ ਕਰ ਲਈ ਜਾਂ ਆਗੂਆਂ ਦੇ ਨਾਲ ਜਾਂ ਲੀਡਰਾਂ ਦੇ ਨਾਲ ਜਿਹੜੇ ਤੁਹਾਡੇ ਨਾਲ ਚੱਲੇ ਦਿਨ ਰਾਤ, ਕਿ ਅਸੀਂ ਸਾਡਾ ਜੇ ਕੋਈ ਵਿਧਾਇਕ ਹੋਵੇ ਤਾਂ ਉਹ ਡਾਕਟਰ ਸੁੱਖੀ ਹੋਣੇ ਚਾਹੀਦੇ ਆ, ਉਹਨਾਂ ਲੋਕਾਂ ਦੇ ਨਾਲ ਸਲਾਹ ਕੀਤੀ ਕਿ ਮੈਂ ਹਲਕਾ ਛੱਡ ਕੇ, ਬੰਗਾ ਛੱਡ ਕੇ ਜਲੰਧਰ ਜਾ ਰਿਹਾ ਔਰ ਪੰਜਾਬ ਨੂੰ ਛੱਡ ਕੇ ਦਿੱਲੀ ਦੇ ਵਿੱਚ ਪੰਜਾਬ ਦੀ ਗੱਲ ਕਰਨੀ ਹੈ ਜਾਂ ਜਲੰਧਰ ਦੀ ਗੱਲ ਕਰਨੀ ਹੈ, ਕਿ ਇਸ ਵਿਸ਼ੇ ਤੇ ਤੁਹਾਡੀ ਚਰਚਾ ਹੋ ਚੁੱਕੀ ਹੈ ਤੁਹਾਡੇ? ਮੈਂ ਆਪਣੇ ਲੋਕ ਘੱਟੋ ਘੱਟ ਇਤਰਾਜ਼ ਨਾ ਕਰਨ ਤੁਹਾਡੇ। ਮੈਂ ਆਪਣੇ ਹਲਕੇ ਦੇ ਲੋਕਾਂ ਨਾਲ, ਕਿਉਂਕਿ ਕੋਈ ਇੱਦਾਂ ਦਾ MLA ਆ ਜਿਹਦੇ ਨਾਲ ਜਿਹੜਾ ਪਿੰਡ, ਜਿਹੜਾ ਇੱਦਾਂ ਦਾ ਇਨਸਾਨ ਜਿਹੜੇ ਪਿੰਡਾਂ ਜਿਹੜੇ ਕਹਿੰਦੇ ਬਹੁਤ ਸੁਧਾਰਨ ਜਿਹੇ ਲੋਕ ਆ, ਜਿਨ੍ਹਾਂ ਦੀ ਉਹਨਾਂ ਦੇ ਪਿੰਡ ਦਾ ਪੰਚ ਵੀ ਗੱਲ ਨਹੀਂ ਸੁਣਦਾ, ਮੈਨੂੰ ਅੱਧਾ ਘੰਟਾ ਬੈਠੇ ਰਹਿੰਦੇ, ਗੱਲਾਂ ਕਰਦੇ ਰਹਿੰਦੇ ਆ। ਕਿਉਂਕਿ ਇੱਕ ਚੀਜ਼ ਮੈਂ ਜ਼ਰੂਰ ਚਾਹਨਾ ਸਦਾ ਹੀ ਵੀ ਤੁਹਾਡਾ MLA, ਤੁਹਾਡਾ MP, ਉਹ ਜਿਹੜਾ ਆਮ ਵਰਕਰ ਉਹਨੂੰ ਉਹ ਫਰਕ ਨਾ ਮਹਿਸੂਸ ਕਰੇ। ਉਹਨੂੰ ਇਹ ਲੱਗੇ ਨਾ ਕਿ ਮੇਰਾ MP ਆ, ਉਹਨੂੰ ਇਹ ਨਾ ਲੱਗੇ ਕਿ ਮੇਰਾ MLA ਆ, ਉਹਨੂੰ ਇਹ ਲੱਗੇ ਯਾਰ ਇਹ ਮੇਰਾ ਸਾਥੀ ਆ। ਉਹ ਫਿਰ ਤੁਹਾਡੇ ਨਾਲ ਖੁੱਲ੍ਹ ਕੇ ਗੱਲਾਂ ਕਰਦਾ। ਔਰ ਮੈਨੂੰ ਇਹ ਦਾਅਵੇ ਨਾਲ ਮੈਂ ਕਹਿ ਸਕਦਾ, ਇਹ ਤੁਸੀਂ ਇਹ ਗੱਲਾਂ ਚੀਜ਼ਾਂ ਕਨਫਰਮ ਕਰ ਸਕਦੇ ਹੋ। ਮੈਨੂੰ ਹਰ ਬੰਦੇ ਨੇ ਕਿਹਾ ਵੀ ਜੀ ਬੜੀ ਵਧਾਈਆਂ। ਮੈਂ ਕਾਹਦੀਆਂ, ਕਈ ਵਾਰੀ ਬੰਦਾ ਸੋਚਦਾ ਯਾਰ ਮੈਂ ਤਾਂ ਬੜਾ ਸੋਹਣਾ ਸੈੱਟ ਬੈਠਾ ਸੀ। ਉਹ ਕਹਿੰਦੇ ਜੀ ਇਹ ਸਾਡੇ ਹਲਕੇ ਨੂੰ ਤਰੱਕੀ ਮਿਲੀ ਆ, ਇਹ ਕਹਿੰਦੇ ਸ਼ਾਇਦ ਚੰਗੀ ਕਿਸਮਤ ਆ ਕਿ ਸਾਡਾ ਬੰਦਾ ਜਾ ਕੇ ਲੋਕ ਸਭਾ 'ਚ ਗੱਲ ਕਰੂਗਾ, ਕਹਿੰਦਾ ਸਾਡਾ ਮਾਣ ਜਿਹੜਾ ਵਧੇਗਾ। ਔਰ ਕਹਿੰਦਾ ਕਿਉਂਕਿ ਇਲੈਕਸ਼ਨਾਂ ਤਾਂ ਹਰ ਸਾਲ 2 ਸਾਲ ਬਾਅਦ ਆਉਂਦੀਆਂ ਰਹਿੰਦੀਆਂ, ਉਹ ਇਸ ਗੱਲ 'ਤੇ ਦ੍ਰਿੜ ਹੋਆ ਕਿ ਸਾਡਾ ਬੰਦਾ ਜਿਹੜਾ ਆ ਉੱਥੇ ਜਾ ਕੇ ਚੰਗੀ ਗੱਲ ਕਰੇ। ਉਹ ਇਹ ਜ਼ਰੂਰ ਕਹਿੰਦੇ ਆ, ਸਰੀਰ ਨਾ ਜਾਵੇ ਨਾਲ, ਕਹਿੰਦਾ ਮਤਲਬ ਉੱਥੇ ਲੋਕਾਂ ਦੀਆਂ ਗੱਲਾਂ ਵੀ ਜਾਣ ਅੰਦਰ, ਲੋਕਾਂ ਦੀ ਜੋ ਜਿਸ ਸੋਚ ਨਾਲ ਲੋਕ ਵੋਟ ਕਰਦੇ ਆ ਉਹ ਵੀ ਅੰਦਰ ਜਾਵੇ। ਕਿਉਂਕਿ ਜੇ ਮੈਂ ਇਕੱਲਾ ਸਰੀਰ ਚਲੇ ਗਿਆ ਜਿੱਦਾਂ ਅੱਗੇ ਜਾਂਦੇ ਰਹੇ ਆ ਤਾਂ ਗੱਲ ਨਹੀਂ ਬਣੀ। ਮੇਰੇ ਹਲਕੇ ਦੇ ਲੋਕਾਂ ਨੂੰ ਇਹ ਮਾਣ ਆ। ਔਰ ਮੈਂ ਇੱਕ ਸਮਝਦਾ ਕਿ 13 ਮਈ ਤੋਂ ਬਾਅਦ ਜਲੰਧਰ ਦੇ ਲੋਕ ਵੀ ਮੇਰੇ 'ਤੇ ਮਾਣ ਕਰਨਗੇ। ਇਹ ਮੈਂ ਵਿਸ਼ਵਾਸ ਦਵਾਨਾ ਅੱਜ। ਪਰ ਮੈਂ ਇਹ ਸਮਝਦਾ ਕਿ ਇਹਨਾਂ ਨੂੰ ਮੈਨੂੰ ਮੌਕਾ ਦੇਣਾ ਚਾਹੀਦਾ, ਅਤੇ ਮੈਂ ਇਹਨਾਂ ਦਾ ਜੋ ਵੀ ਕਰ ਸਕਿਆ, ਜੋ ਇਹਨਾਂ ਦੇ ਨਾਲ ਖੜ ਸਕਿਆ, ਮੈਂ ਜ਼ਰੂਰ ਕਰਾਂਗਾ। ਧੰਨਵਾਦ। ਆਖਰੀ ਸਵਾਲ ਹੈ ਡਾਕਟਰ ਸਾਹਿਬ ਕਿ 2022 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਕੋਈ ਬਹੁਤ ਚੰਗਾ ਪਰਫਾਰਮ ਨਹੀਂ ਕਰ ਪਾਇਆ। ਹਾਲਾਂਕਿ ਬਸਪਾ ਨੇ ਚੰਗਾ ਪਰਫਾਰਮ ਕੀਤਾ, ਪਰ ਅਕਾਲੀ ਦਲ ਖੁਦ ਮਤਲਬ ਆਪਣੇ ਬਿਹਾਫ 'ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਇਆ। ਉਹਨਾਂ 'ਤੇ ਹਾਲੇ ਵੀ ਉਸੇ ਤਰੀਕੇ ਦੇ ਨਾਲ ਜਿਹੜਾ ਹੈ ਉਹ ਬਹਿਬਲ ਕਲਾਂ ਦੇ ਵਿੱਚ ਮੋਰਚਾ ਲੱਗਾ ਹੈ। ਔਰ ਉਹੀ ਜਿਸ ਗੱਲ ਨੂੰ ਲੈ ਕੇ 2015 'ਚ ਇਹ ਪੂਰਾ ਕਾਂਡ ਵਾਪਰਦਾ, ਉਦੋਂ ਤੋਂ ਲੈ ਕੇ 2023-22 ਤੱਕ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਲੋਕਾਂ ਦੇ ਮਨਾਂ ਵਿੱਚ ਨੇ। ਤੁਹਾਨੂੰ ਲੱਗਦਾ ਹੈ ਕਿ ਉਹਦਾ ਤੁਹਾਨੂੰ ਇੱਥੇ ਕਿਤੇ ਨਾ ਕਿਤੇ ਨੁਕਸਾਨ ਭੁਗਤਣਾ ਪੈ ਸਕਦਾ? ਉੱਥੋਂ ਤੁਸੀਂ ਬਸਪਾ ਦੀ ਸੀਟ ਤੋਂ ਲੜੇ, ਇੱਥੇ ਤੁਸੀਂ ਅਕਾਲੀ ਦਲ ਦੀ ਸੀਟ, ਅਕਾਲੀ ਦਲ ਦੀ ਸੀਟ ਤੇ, ਇੱਥੇ ਅਕਾਲੀ ਦਲ ਦੀ ਸੀਟ ਤੇ ਲੜ ਰਹੇ ਹੋ।
ਤੁਹਾਨੂੰ ਲੱਗਦਾ ਕਿ ਇਹਦਾ ਕੋਈ ਨਾ ਕੋਈ ਕਿਤੇ ਨਾ ਕਿਤੇ ਤੁਹਾਨੂੰ ਡੈਂਟ ਭੁਗਤਣਾ ਦੇਖੋ ਪੈ ਸਕਦਾ? ਇਹ ਅਸੀਂ ਸਦਾ ਹੀ ਮਹਿਸੂਸ ਕਰਦੇ ਹਾਂ ਕਿ ਸਾਡੇ ਟਾਈਮ ਤੇ ਉਹ ਘਟਨਾਵਾਂ ਹੋਈਆਂ, ਬੇਅਦਬੀ ਹੋਈ, ਗੋਲੀ ਕਾਂਡ ਹੋਇਆ, ਉਹਦਾ ਸਾਨੂੰ ਸਦਾ ਹੀ ਅਫਸੋਸ ਆ। ਪਰ ਅਸੀਂ ਉਹ ਹਾਰਡਕੋਰ ਜਿਹੜੇ ਅੱਜ ਕਾਂਗਰਸ ਦਾ ਕਦੀ ਬੀਜੇਪੀ ਦਾ ਪੱਲਾ ਫੜਦੇ ਆ, ਜਿਹੜੇ ਚਾਹੁੰਦੇ ਆ ਕਿ ਇੱਥੇ ਲੋਕਾਂ ਨੂੰ ਡਰਾ ਕੇ, ਕਿਉਂਕਿ ਹਾਰਡਕੋਰ ਹੀ ਇਹ ਜਿਹੜੇ ਲੋਕ ਜਿਹੜੇ ਚਾਹੁੰਦੇ ਆ ਕਿ ਵੀ ਇੱਥੇ ਸ਼ਾਂਤੀ ਨਾ ਬਣੇ। ਮੈਂ ਸਮਝਦਾ ਕਿ ਲੋਕਾਂ ਨੂੰ ਗੱਲ ਦਾ ਪਤਾ ਵੀ ਲੱਗ ਗਿਆ, ਔਰ ਸਰਕਾਰ ਦੀਆਂ ਬੇਸ਼ੱਕ ਕਾਂਗਰਸ ਦੀ ਸੀ, ਬੇਸ਼ੱਕ ਆਮ ਆਦਮੀ ਪਾਰਟੀ ਸੀ, ਇਹਨਾਂ ਦੀ ਰਿਪੋਰਟਾਂ ਆ ਜਿਹੜੀ ਬੇਅਦਬੀ ਸੀ। ਹੁਣ ਤਾਂ ਲੋਕਾਂ ਨੂੰ ਸਰਕਾਰਾਂ ਨੇ ਦੱਸਤਾ ਕਿ ਬੇਅਦਬੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਹੱਥ ਨਹੀਂ ਸੀ। ਇਹਨਾਂ ਨੇ ਕਲੀਨ ਚਿੱਟ ਦਿੱਤੀ, ਮੈਂ ਨਹੀਂ ਦਿੱਤੀ। ਸੋ ਮੈਂ ਸਮਝਦਾ ਕਿ ਅੱਜ ਲੋਕ ਬੜੇ ਸਿਆਣੇ ਨੂੰ ਪਤਾ ਲੱਗਿਆ ਕਿ ਇਹ ਸਿਰਫ ਰਾਜਨੀਤੀ ਸੀ, ਰਾਜਨੀਤੀ ਨਹੀਂ ਕੀਤੀ, ਔਰ ਰਾਜਨੀਤੀ ਦਾ ਸ਼ਿਕਾਰ ਅਕਾਲੀ ਦਲ ਹੋਇਆ। ਅੱਜ ਸੱਚ ਸਾਹਮਣੇ ਆਇਆ ਤਾਂ ਮੈਨੂੰ ਉਮੀਦ ਹੈ ਕਿ ਪਰ ਇਸ ਗੱਲ ਦਾ ਅਫਸੋਸ ਫਿਰ ਮੈਂ ਇੱਕ ਵਾਰੀ ਕਹਿਣਾ ਕਿ ਸਾਨੂੰ ਇਹ ਦਿਲੋਂ ਅਫਸੋਸ ਆ ਕਿ ਜਿਸ ਗੁਰੂ ਤੋਂ ਅਸੀਂ ਸੇਧ ਲੈ ਕੇ ਸਦਾ ਹੀ ਅਸੀਂ ਇਹ ਤੋਂ ਆਸ਼ੀਰਵਾਦ ਲੈ ਕੇ ਚੱਲਦੇ ਹਾਂ, ਉਹ ਜੇ ਬੇਅਦਬੀ ਸਾਡੇ ਟਾਈਮ 'ਚ ਹੋਈ। ਪਰ ਇਨ ਫਿਊਚਰ ਸਾਡੇ ਲਈ ਵੀ ਇੱਕ ਇਹ ਸਾਨੂੰ ਪੈਰ ਤੇ ਇਹ ਗੱਲ ਦਿਮਾਗ 'ਚ ਰੱਖਣੀ ਪਏਗੀ ਕਿ ਇੱਦਾਂ ਦੇ ਅਨਸਰ ਦੁਆਰਾ ਸਿਰ ਨਾ ਚੱਕ ਸਕਣ ਜਿਹੜੇ ਲੋਕਾਂ ਨੂੰ ਜੱਦ ਦੇ ਧਰਮ ਦੇ ਨਾਂ 'ਤੇ ਵੰਡਦੇ ਆ। ਧੰਨਵਾਦ। ਤਾਂ ਇਹ ਸਨ ਸ਼੍ਰੋਮਣੀ ਅਕਾਲੀ ਦਲ ਔਰ ਬਸਪਾ ਦੇ ਸਾਂਝੇ ਉਮੀਦਵਾਰ ਸੁਖਵਿੰਦਰ ਸਿੰਘ ਸੁੱਖੀ, ਜਿਹੜੇ ਸਿੱਧੇ ਤੌਰ ਤੇ ਕਹਿੰਦੇ ਆਏ ਕਿ ਇਹ ਲੋਕਾਂ 'ਤੇ ਨਿਰਭਰ ਕਰਦਾ ਹੈ ਕਿ ਉਹਨਾਂ ਨੇ ਵੋਟ ਕੀ ਸੋਚ ਕੇ ਪਾਉਣੀ ਹੈ। ਜੇਕਰ ਪਾਰਟੀ ਨੂੰ ਵੋਟ ਪਾਉਣੀ ਹੈ ਤਾਂ ਪਾਰਟੀ ਦਾ ਕਿਰਦਾਰ ਵੇਖੋ, ਜੇਕਰ ਉਮੀਦਵਾਰ ਨੂੰ ਵੋਟ ਪਾਉਣੀ ਹੈ ਤਾਂ ਉਸ ਉਮੀਦਵਾਰ ਦਾ ਕਿਰਦਾਰ ਜ਼ਰੂਰ ਲੋਕ ਦੇਖਣ, ਔਰ ਇਹ ਵੀ ਦੇਖਣ ਕਿ ਉਸ ਕਿਰਦਾਰ ਦੇ ਅੰਦਰ ਉਹ ਆਪਣੇ ਪ੍ਰੋਫੈਸ਼ਨ ਨਾਲ ਇਮਾਨਦਾਰੀ ਨਾਲ ਕੰਮ ਕਰ ਰਿਹਾ ਜਾਂ ਨਹੀਂ ਕਰ ਰਿਹਾ। ਉਹ ਕਹਿੰਦੇ ਲੋਕ ਬਹੁਤ ਸਿਆਣੇ ਨੇ ਔਰ ਲੋਕਾਂ ਨੇ ਫੈਸਲਾ ਕਰਨਾ। ਫਿਲਹਾਲ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਆਪੋ ਆਪਣੇ ਦਾਅਵੇ ਕਰ ਰਹੇ ਨੇ, ਪਰ ਅਕਾਲੀ ਦਲ ਇਸ ਗੱਲ ਤੇ ਦਾਅਵਾ ਕਰਦਾ ਹੈ ਕਿ ਉਹਨਾਂ ਨੂੰ ਬੰਗੇ ਦੇ ਵਿੱਚ ਜਿਵੇਂ ਲੋਕਾਂ ਨੇ ਵਿਸ਼ਵਾਸ ਕਰਕੇ ਜਿਤਾਇਆ ਸੀ ਔਰ ਉਹਨਾਂ ਦੇ ਕਿਰਦਾਰ ਨੂੰ ਦੇਖਦਿਆਂ ਹੋਇਆਂ ਜਿਤਾਇਆ ਸੀ, ਉਹੀ ਕਿਰਦਾਰ ਔਰ ਉਹੀ ਕੰਮ ਜਿਹੜੇ ਨੇ ਜਲੰਧਰ ਦੇ ਲੋਕ ਦੇਖ ਕੇ ਉਹਨਾਂ ਨੂੰ ਵੋਟ ਪਾਉਣਗੇ ਔਰ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਣਗੇ। ਫਿਲਹਾਲ ਜਲੰਧਰ ਦੇ ਲੋਕਾਂ ਦੇ ਹੱਥ ਫੈਸਲਾ ਕਿਸ ਦੇ ਹੱਥ, ਰਿਪੀਟ ਕਰ ਰਹੇ ਹਾਂ, ਫਿਲਹਾਲ ਫੈਸਲਾ ਜਲੰਧਰ ਦੇ ਲੋਕਾਂ ਦੇ ਹੱਥ ਹੈ ਕਿ ਕਿਸ ਦੇ ਸਿਰ ਜਿੱਤ ਦਾ ਸਿਹਰਾ ਬੰਨ੍ਹਦੇ ਨੇ। ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮੈਂ ਰਵੀ ਸੰਗਰਾਹੁਰ ਦਾ ਅਨਮਿਊਟ ਜਲੰਧਰ।